सत श्री अकाल। HSN TV ਤੁਸੀਂ ਵੇਖ ਰਹੇ ਹੋ। ਮੈਂ ਹਾਂ ਸ਼ੀਤਲ ਠਾਕੁਰ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹੋਈ ਹਾਂ ਚੰਗੇਰ ਪ੍ਰੋਗਰਾਮ। ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਸਿੰਘ। ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਹਨਾਂ ਮੁੱਦਿਆਂ ਦੇ ਉੱਤੇ ਝਾਤ ਪਾਵਾਂਗੇ, ਜਿਹੜਾ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ, ਉਹ ਹੈ ਜੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ BSF ਦੀ ਜਿਹੜੀ 50 ਕਿਲੋਮੀਟਰ ਤੱਕ ਦੀ ਘੇਰਾਬੰਦੀ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬ ਦੇ ਵਿੱਚ ਤੀਸਰੇ ਦੌਰੇ ਤੇ ਆਏ ਨੇ, ਉਹਨਾਂ ਨੇ ਫਿਲਹਾਲ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ, ਕਿਸਾਨਾਂ ਨਾਲ ਨਹੀਂ ਕੀਤੀ। ਇਹਦੇ ਨਾਲ ਹੀ ਨਾਲ ਅੱਜ ਕੱਲ ਘਰਾਂ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਤਲਾਕ ਵੱਧ ਰਹੇ ਨੇ, ਯਾਨੀ ਕਿ ਵਿਆਹ ਨੂੰ ਲੈ ਕੇ ਵਿਆਹ ਹੁਣ ਨਹੀਂ ਸਮਝਿਆ ਜਾ ਰਿਹਾ, ਵਿਆਹ ਨੂੰ ਲੈ ਕੇ ਮਜ਼ਾਕ ਹੁਣ ਬਣਦਾ ਜਾ ਰਿਹਾ ਹੈ। ਇਸ ਮੁੱਦੇ ਦੇ ਉੱਤੇ ਵੀ ਬਲਜੀਤ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਸੋ ਬਹੁਤ ਬਹੁਤ ਸਵਾਗਤ ਹੈ ਬਲਜੀਤ ਸਿੰਘ ਜੀ ਤੁਹਾਡਾ ਸਾਡੇ ਪ੍ਰੋਗਰਾਮ ਚੰਗੇਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ। ਇਸ ਟੀਵੀ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ। ਬਲਜੀਤ ਸਿੰਘ ਜੀ, ਜਿੱਦਾਂ ਕਿ ਅੱਜ ਦੀ ਸਾਡੀ ਅਖਬਾਰ ਦੀ ਮੇਨ ਸੁਰਖੀ ਬਣੀ ਹੋਈ ਹੈ। ਅੱਜ ਮੈਂ ਸਵੇਰੇ ਜਦੋਂ ਅਖਬਾਰ ਪੜ੍ਹੀ ਤੇ ਫਰੰਟ ਪੇਜ ਭਰਿਆ ਹੋਇਆ ਸੀ ਕਿ BSF ਜਿਹੜੀ ਕਿ ਬਾਰਡਰ ਸਿਕਿਉਰਿਟੀ ਫੋਰਸ ਹੈ, ਉਹਦਾ ਪੰਜਾਬ ਦੇ ਵਿੱਚ ਜੇ ਸਿਰਫ ਗੱਲ ਕੀਤੀ ਜਾਵੇ ਤਾਂ 20 ਕਿਲੋਮੀਟਰ ਤੱਕ ਦੀ ਅੰਦਰ ਦੀ ਘੇਰਾਬੰਦੀ ਦੀ ਹੱਦ ਸੀਗੀ, ਉਹ ਉਹਨਾਂ ਨੇ ਹੁਣ 50 ਕਿਲੋਮੀਟਰ ਤੱਕ ਵਧਾ ਦਿੱਤੀ ਹੈ। ਹਜੇ ਸਿਰਫ ਪੰਜਾਬ ਦੀ ਗੱਲ ਕਰਾਂਗੇ ਕਿਉਂਕਿ ਇਹ ਬਹੁਤ ਵੱਡੀ ਅੱਜ ਦੀ ਖਬਰ ਬਣੀ ਹੋਈ ਹੈ। ਕੀ ਤੁਹਾਨੂੰ ਇਹ ਲੱਗਦਾ ਹੈ ਕਿ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਰਾਜਾਂ ਦੇ ਅਧਿਕਾਰਾਂ ਨੂੰ ਘਟਾ ਰਹੀ ਹੈ ਤੇ ਆਪਣਾ ਜਿਹੜਾ ਇੱਕ ਹੱਕ ਹੈ ਉਹ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਲਿਆਉਣਾ ਚਾਹੁੰਦੀ ਹੈ? ਹਾਂ ਸ਼ੀਤਲ ਜੀ, ਗੱਲ ਇਹ ਹੈ ਕਿ ਬਾਰਡਰ ਸਿਕਿਉਰਿਟੀ ਫੋਰਸਿਸ ਐਕਟ ਜਿਹੜਾ ਹੈ 1968 ਦਾ, ਉਹਦੀ ਇੱਕ ਧਾਰਾ ਹੈ 139 139, ਉਹਦੇ ਵਿੱਚ ਇੱਕ ਤਰਮੀਮ ਕੀਤੀ ਗਈ ਹੈ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਪਹਿਲਾਂ ਜਿਹੜੀ BSF ਦਾ ਅਧਿਕਾਰਕ ਖੇਤਰ ਸੀਗਾ ਉਹ 15 ਕਿਲੋਮੀਟਰ ਦਾ ਇਲਾਕਾ ਹੈ ਔਰ ਹੁਣ ਉਸ ਨੂੰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਇਹ ਇਕੱਲੇ ਪੰਜਾਬ 'ਚ ਨਹੀਂ, ਪੱਛਮੀ ਬੰਗਾਲ 'ਚ ਔਰ ਅਸਮ ਦੇ ਵਿੱਚ ਵੀ ਇਵੇਂ ਕੀਤਾ ਗਿਆ। ਗੱਲ ਇਹ ਹੈ ਕਿ 50 ਕਿਲੋਮੀਟਰ ਦੇ ਵਿੱਚ ਜਦੋਂ BSF ਦਾ ਅਧਿਕਾਰ ਖੇਤਰ ਹੋਊਗਾ ਤਾਂ ਇਹਦਾ ਮਤਲਬ ਇਹ ਹੈ ਕਿ ਉਹਦੇ ਕੋਲੇ ਅਸੀਮ ਸ਼ਕਤੀਆਂ ਆ ਜਾਣਗੀਆਂ, ਜਿਵੇਂ ਪਾਸਪੋਰਟ ਕਾਨੂੰਨ, NDPS ਕਾਨੂੰਨ ਔਰ ਕਸਟਮ ਕਾਨੂੰਨ। ਇਹਨਾਂ ਦੇ ਤਹਿਤ ਉਹ ਕੋਈ ਵੀ ਕਾਰਵਾਈ, ਕਿਸੇ ਦੀ ਵੀ ਗ੍ਰਿਫਤਾਰੀ, ਕਿਸੇ ਦੀ ਵੀ ਤਲਾਸ਼ੀ, ਕਿਸੇ ਨੂੰ ਫੜ ਕੇ ਅੰਦਰ ਕਰਨ ਦਾ ਸਾਰਾ ਸਿਸਟਮ ਜਿਹੜਾ ਚੱਲ ਪਏਗਾ। ਇਹਦਾ ਮਤਲਬ ਇਹ ਹੈ ਕਿ ਕੇਂਦਰ ਦੀ ਜਿਹੜੀ ਮੁਦਾਖਲਤ ਹੈ ਉਹ ਪੰਜਾਬ ਦੇ ਵਿੱਚ ਵੱਧ ਜਾਵੇਗੀ। ਜਿਵੇਂ ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਵਾਲੇ ਪਾਸੇ ਨੂੰ ਵੱਧ ਰਹੀ ਹੈ। ਪਹਿਲਾਂ ਇਸ ਤਰ੍ਹਾਂ ਦੀਆਂ ਕਨਸੋਆਂ ਹੁੰਦੀਆਂ, ਚਰਚਾਵਾਂ ਹੁੰਦੀਆਂ ਸੀਗੀਆਂ, ਪਰ ਇਸ ਕਾਰਵਾਈ ਨਾਲ ਇਹ ਸਾਬਤ ਹੋ ਗਿਆ ਕਿ ਪੰਜਾਬ ਪ੍ਰਤੀ, ਅਸਮ ਪ੍ਰਤੀ ਤੇ ਪੱਛਮੀ ਬੰਗਾਲ ਪ੍ਰਤੀ ਜਿਹੜਾ ਕੇਂਦਰ ਸਰਕਾਰ ਦਾ ਰਵੱਈਆ ਹੈ ਉਹ ਨਕਾਰਾਤਮਕ ਹੈ। ਔਰ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਨਾਲ ਜਿਹੜਾ ਫੈਡਰਲ ਢਾਂਚਾ ਜਿਹਦੀ ਕਦੇ ਗੱਲ ਕੀਤੀ ਸੀ ਜਦੋਂ ਇਹ ਸਰਕਾਰ ਬਣੀ ਭਾਜਪਾ ਦੀ ਪਹਿਲੀ ਵਾਰੀ, ਔਰ ਮੋਦੀ ਜੀ ਨੇ ਕਿਹਾ ਸੀ ਕਿ ਰਾਜਾਂ ਔਰ ਕੇਂਦਰ ਦੇ ਦਰਮਿਆਨ ਇੱਕ ਤਰ੍ਹਾਂ ਨਾਲ ਯਕਜਹਿਤੀ ਹੋਣੀ ਚਾਹੀਦੀ ਹੈ, ਇੱਕ ਖਾਸ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਇੱਕ ਦੂਜੇ ਦੇ ਹੱਕਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਔਰ ਉਸ ਵੇਲੇ ਸੂਬਾ ਸਰਕਾਰਾਂ ਨੇ GST ਦੇ ਮਾਮਲੇ ਤੇ ਵੀ ਕੇਂਦਰ ਦਾ ਹੀ ਪੱਖ ਪੂਰਿਆ ਸੀਗਾ ਕਿ ਕੋਈ ਗੱਲ ਨਹੀਂ ਜੀ, ਜੇ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਇਹ GST ਦਾ ਮਾਮਲਾ ਤਾਂ ਤੁਸੀਂ ਇਸ ਨੂੰ ਜਿਵੇਂ ਮਰਜ਼ੀ ਨਿਬੇੜੋ ਔਰ ਜਿਵੇਂ ਮਰਜ਼ੀ ਇਸ ਦਾ ਇਸਤੇਮਾਲ ਕਰੋ। ਯਾਨੀ ਉਦੋਂ ਅਸੀਂ ਆਪਣੇ ਹੱਥ ਵੱਢ ਕੇ ਆਪ ਹੀ ਦੇਤੇ ਸੀ। ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋ ਗਿਆ ਕਿ ਕਿਸਾਨੀ ਜਿਹੜਾ ਕਿ ਰਾਜਾਂ ਦਾ ਅਧਿਕਾਰ ਹੈ ਉਹਦੇ ਵਿੱਚ ਕੋਈ ਵੀ ਤਰਮੀਮ ਕਰਨੀ, ਕੋਈ ਕਾਨੂੰਨ ਬਣਾਉਣਾ ਖੇਤੀ ਦੇ ਸੰਬੰਧ ਵਿੱਚ, ਉਹ ਵੀ ਆਖਿਰਕਾਰ ਇਹਨਾਂ ਦੇ ਪਾਲੇ ਚਲਾ ਗਿਆ, ਉਹ ਵੀ ਕੇਂਦਰ ਸਰਕਾਰ ਨੇ। ਯਾਨੀ ਹੌਲੀ ਹੌਲੀ ਜਿਹੜਾ ਫੈਡਰਲਿਜ਼ਮ ਦਾ ਢਾਂਚਾ ਸੀ ਉਸ ਨੂੰ ਕਮਜ਼ੋਰ ਕਰਨ ਤੇ ਕੇਂਦਰ ਸਰਕਾਰ ਨੇ ਲੱਕ ਬੰਨ੍ਹ ਲਿਆ ਔਰ ਇਸ ਦਾ ਵਿਰੋਧ ਕੀਤਾ ਗਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਦੋਂ ਵੀ, ਜਦੋਂ ਸ਼ੁਰੂ ਦੇ ਵਿੱਚ ਇਹਨਾਂ ਹੱਕਾਂ ਨੂੰ ਸੂਬਿਆਂ ਦੇ ਨੂੰ ਖੋਰਾ ਲੱਗਣ ਲੱਗਿਆ, ਪਰ ਉਸ ਵੇਲੇ ਇਕਜੁੱਟਤਾ ਨਹੀਂ ਹੋਈ। ਵਿਰੋਧੀ ਸਿਆਸੀ ਪਾਰਟੀਆਂ ਦੇ ਵਿੱਚ ਯਕਜਹਿਤੀ ਦੀ ਘਾਟ ਕਾਰਨ ਇਹ ਜਿਹੜੇ ਮੁੱਦੇ ਸੀਗੇ ਇਹ ਅਣਗੌਲੇ ਹੋ ਗਏ। ਹੁਣ ਤੁਸੀਂ ਵੇਖੋ ਕਿ 50 ਕਿਲੋਮੀਟਰ ਦਾ ਇਲਾਕਾ BSF ਦੇ ਅਧਿਕਾਰ ਖੇਤਰ ਚ ਹੋਊਗਾ ਔਰ ਇਹੀ ਨਹੀਂ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ, ਇਹ ਹੋਰ ਬਹੁਤ ਸਾਰੇ ਸੂਬੇ ਨੇ ਜਿੱਥੇ ਵਿਆਪਕ ਅਧਿਕਾਰ BSF ਕੋਲੇ ਆ ਜਾਣਗੇ। ਔਰ ਇਹਦੇ ਨਾਲ ਕੀ ਹੋਵੇਗਾ ਕਿ ਸੂਬੇ ਜਿਹੜਾ ਹੈ 50 ਕਿਲੋਮੀਟਰ ਦੇ ਇਲਾਕੇ 'ਚ ਜਿੰਨੇ ਵੀ ਪਿੰਡ, ਕਸਬੇ ਹੋਣਗੇ ਉੱਥੇ ਪੰਜਾਬ ਪੁਲਿਸ ਦੀ ਕੋਈ ਗੱਲਬਾਤ ਨਹੀਂ ਚੱਲੇਗੀ ਔਰ NDPS ਮਾਮਲੇ ਤੇ, ਕਸਟਮ ਮਾਮਲੇ ਤੇ, ਪਾਸਪੋਰਟਾਂ ਦੇ ਸੰਬੰਧ ਵਿੱਚ ਇਹ ਸਾਰੇ ਕਾਨੂੰਨ ਜਿਹੜੇ ਇਹ BSF ਦੇ ਅਧਿਕਾਰ 'ਚ ਹੋਣਗੇ ਔਰ ਉਹ ਜੋ ਮਰਜ਼ੀ ਮਨਮਰਜ਼ੀ ਕਰਨ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕਿਹਾ ਤਾਂ ਇਹ ਜਾ ਰਿਹਾ ਸੀ ਕਿ ਜੀ ਇਸ ਨਾਲ
ਜਿਹੜੀ ਬਾਹਰ ਸਰਹੱਦ ਪਾਰੋਂ ਨਸ਼ੇ ਆਉਂਦੇ ਨੇ ਜਾਂ ਉੱਥੋਂ ਕੋਈ ਜਿਹੜੇ ਮਾੜੇ ਅਨਸਰ ਨੇ ਉਹ ਆਉਂਦੇ ਨੇ, ਦਹਿਸ਼ਤਗਰਦ ਆਉਂਦੇ ਨੇ ਜਾਂ ਹਾਂ ਇਸ ਤਰ੍ਹਾਂ ਦੇ ਅੱਤਵਾਦੀ। ਇੱਕ ਗੱਲ ਇਹ ਹੈ ਕਿ ਉਹ ਤਾਂ ਬਹੁਤ ਪਹਿਲਾਂ ਦੇ ਆਉਂਦੇ ਨੇ, ਹੁਣ ਕੋਈ ਖਾਸ ਆਪਾਤਕਾਲੀਨ ਸਥਿਤੀ ਪੈਦਾ ਹੋ ਗਈ ਹੈ, ਮਤਲਬ ਇਹਦੇ ਪਿੱਛੇ ਕੋਈ ਤਰਕ ਨਹੀਂ ਹੈ। ਔਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ ਕਿ ਮੁਤਾਲਬਾ ਕੀਤਾ ਉਹਨਾਂ ਨੇ ਕਿ ਮੈਂ ਇਸ ਬਾਰੇ ਇਹ ਕਹਿਣਾ ਕਿ ਸਰਕਾਰ ਨੂੰ ਤੁਰੰਤ ਇਹ ਫੈਸਲਾ ਵਾਪਸ ਲੈਣਾ ਚਾਹੀਦਾ। ਪਰ ਜਦੋਂ ਉਹ ਪਿੱਛੇ ਜੇ ਅਮਿਤ ਸ਼ਾਹ ਨੂੰ ਮਿਲੇ ਸੀ ਤਾਂ ਉਦੋਂ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਜੀ ਬਸ ਕੇਂਦਰ ਸਰਕਾਰ ਦੀ ਝੋਲੀ 'ਚ ਡਿੱਗਣ ਵਾਲਾ ਸਿਸਟਮ ਇਹ ਬਣਾ ਰਹੇ ਨੇ, ਉਹੀ ਅਪਣਾ ਰਹੇ ਨੇ, ਉੱਥੇ ਜਾ ਕੇ ਡੰਡੌਤ ਬੰਦਨਾ ਕਰਦੇ ਆ ਤੇ ਪੰਜਾਬ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਲੇਕਿਨ ਅਜਿਹਾ ਨਹੀਂ ਸੀ, ਕਿਉਂਕਿ ਜੇ ਅਜਿਹਾ ਹੁੰਦਾ ਤਾਂ ਮੁੱਖ ਮੰਤਰੀ ਨੇ ਇਹ ਮੁਤਾਲਬਾ ਕਰਨਾ ਹੀ ਨਹੀਂ ਸੀ। ਦੂਜੇ ਪਾਸੇ ਇੱਕ ਹੋਰ ਦੇਖੋ, ਹੁਣ ਸਿਆਸਤ ਦੀਆਂ ਤਿਗੜਮਬਾਜ਼ੀਆਂ ਇਹੋ ਜਿਹੀਆਂ ਨੇ ਕਿ ਸਾਰੇ ਪੰਜਾਬੀਆਂ ਨੂੰ ਵੀ ਪਤਾ ਹੈ ਔਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਪਤਾ ਹੈ, ਜਿਹੜਾ ਕੋਈ ਦਾਨਿਸ਼ਮੰਦ ਹੈ, ਪੰਜਾਬ ਦਾ ਨਾਗਰਿਕ ਹੈ ਜਾਂ ਦੇਸ਼ ਦਾ ਨਾਗਰਿਕ ਹੈ ਜਾਂ ਕੋਈ ਸਿਆਸੀ ਮਾਹਰ ਹੈ, ਕੋਈ ਵਿਸ਼ਲੇਸ਼ਕ ਹੈ, ਕੋਈ ਬੁੱਧੀਜੀਵੀ ਹੈ, ਚਿੰਤਕ ਹੈ, ਕੋਈ ਪੱਤਰਕਾਰ ਹੈ, ਸਾਰੇ ਸਮਝਦੇ ਨੇ ਕਿ BSF ਨੂੰ ਇੰਨੇ ਵਿਆਪਕ ਅਧਿਕਾਰ ਖੇਤਰ ਦੇ ਕੇ ਇੱਕ ਤਰ੍ਹਾਂ ਨਾਲ ਪੰਜਾਬ ਦੀ ਜਿਹੜੀ ਆਜ਼ਾਦੀ ਹੈ ਜਾਂ ਪੰਜਾਬ ਦੀ ਜਿਹੜੀ ਖੁੱਲੀ ਡੁੱਲੀ ਆਬੋ ਹਵਾ ਹੈ ਉਸ ਤੇ ਡਾਕਾ ਮਾਰਨ ਵਾਲੀ ਗੱਲ ਹੈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਜੀ ਇਹ ਕਹਿੰਦੇ ਨੇ ਕਿ ਜੀ ਇਹ ਜੋ ਕੁਝ ਵੀ ਕੀਤਾ ਗਿਆ ਇਹ ਬਹੁਤ ਵਧੀਆ ਹੋਇਆ, ਕਿਉਂਕਿ ਉਹ ਪਹਿਲਾਂ ਵੀ ਇਹੀ ਦੁਹਾਈ ਦਿੰਦੇ ਰਹੇ ਨੇ ਕਿ ਨਵਜੋਤ ਸਿੱਧੂ ਹੈ ਜਿਹੜਾ ਉਹ ਪੰਜਾਬ ਵਾਸਤੇ ਬੜਾ ਖਤਰਾ ਹੈ। ਔਰ ਆ ਜਿਹੜੇ ਡਰੋਨ ਆਉਣੇ ਸ਼ੁਰੂ ਹੋ ਗਏ ਸੀ ਹਨਾ, ਔਰ ਕਿਤੇ ਟਿਫਨ ਬੰਬ ਫੜ ਲਿਆ, ਕਿਤੇ ਕੋਈ ਬੰਬ ਫੜ ਲਿਆ, ਮਤਲਬ ਇਸ ਸਾਰੀ ਗੱਲਾਂ ਨੂੰ ਆਧਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਇਵੇਂ ਕਹਿਣ ਲੱਗੇ ਸੀ ਕਿ ਹੁਣ ਪਤਾ ਨਹੀਂ ਕੀ ਮਤਲਬ ਹੋ ਜਾਣਾ, ਯਕਦਮ ਹੋ ਸਕਦਾ ਅਸਮਾਨ 'ਚ ਕੋਈ ਬੰਬ ਡਿੱਗ ਪਏ ਜਾਂ ਪਾਕਿਸਤਾਨੀ ਫੌਜ ਇੱਕ ਰਾਤ ਨੂੰ ਅਚਾਨਕ ਹੱਲਾ ਬੋਲਦੇ, ਇਹੋ ਜਿਹਾ ਖੌਫ ਪੈਦਾ ਕੀਤਾ ਗਿਆ ਸੀ। ਔਰ ਅਜਿਹੇ ਖੌਫ ਜਦੋਂ ਪੈਦਾ ਕੀਤੇ ਜਾਂਦੇ ਨੇ ਜਾਂ ਇਹ ਜਦੋਂ ਫੈਸਲੇ ਲਏ ਜਾਂਦੇ ਨੇ ਉਸ ਵੇਲੇ ਜਿਹੜਾ ਮੂਲ ਮੁੱਦਾ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਇਸ ਕੁਰਸੀ ਤੇ ਕਿਵੇਂ ਪੱਕੇ ਤੌਰ ਤੇ ਕਾਬਜ਼ ਰਿਹਾ ਜਾਵੇ। ਉਹ ਭਾਵੇਂ ਕੇਂਦਰ ਸਰਕਾਰ ਹੈ, ਤੁਸੀਂ ਵੇਖਿਆ ਹੋਣਾ ਕਿ ਜਦੋਂ ਪਾਰਲੀਮਾਨੀ ਚੋਣਾਂ ਨੇੜੇ ਆਉਂਦੀਆਂ ਨੇ ਸ਼ੀਤਲ ਜੀ, ਜਦੋਂ ਕਿਸੇ ਸੂਬੇ ਦੀਆਂ ਚੋਣਾਂ ਆਉਂਦੀਆਂ ਨੇ ਉਸ ਸੂਬੇ 'ਚ ਬੰਬਾਂ ਦਾ ਖਤਰਾ ਵੱਧ ਜਾਂਦਾ, ਔਰ ਜਦੋਂ ਪਾਰਲੀਮਾਨੀ ਚੋਣਾਂ ਹੁੰਦੀਆਂ ਨੇ ਉਦੋਂ ਪਾਕਿਸਤਾਨ ਵੱਲੋਂ ਹਮਲੇ ਦਾ ਡਰ ਹੋ ਜਾਂਦਾ, ਉਦੋਂ ਸਰਜੀਕਲ ਸਟ੍ਰਾਈਕਾਂ ਹੋਣ ਲੱਗ ਜਾਂਦੀਆਂ ਨੇ। ਮੈਂ ਇਹੀ ਤੁਹਾਡੇ ਨਾਲ ਗੱਲ ਕਰਨ ਵਾਲੀ ਸੀ ਕਿ ਜਿਵੇਂ ਕਿ ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਗੇ ਜਦੋਂ ਸਾਡੀ ਮੁੱਖ ਮੰਤਰੀ ਸੀਗੇ ਉਦੋਂ ਉਹਨਾਂ ਨੇ ਕਿਹਾ ਸੀ ਟਿਫਨ ਬੰਬ ਤੇ ਕਾਫੀ ਚੈਕਿੰਗ ਜਿਹੜੀ ਪੰਜਾਬ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਸੀ, ਲੋਕਾਂ ਨੂੰ ਕਾਰਾਂ ਨੂੰ ਰੋਕ ਕੇ ਚੈਕਿੰਗ ਹੋਣ ਲੱਗ ਗਈ ਸੀ, ਲੋਕਾਂ ਦੀ ਜਿਹੜਾ ਸਕੂਟਰ ਤੇ ਜਾ ਰਿਹਾ ਸੀ ਉਹਦੀ ਵੀ ਡਿੱਕੀ ਚੈੱਕ ਹੁੰਦੀ ਸੀ, ਈਵਨ ਜੇ ਕਿਸੇ ਦੀ ਡਿੱਕੀ ਦੇ ਵਿੱਚ ਕੋਈ ਡਿਊਟੀ ਕਰਕੇ ਸ਼ਾਮ ਨੂੰ ਘਰ ਆ ਰਿਹਾ ਔਰ ਓਬਵੀਅਸਲੀ ਉਹ ਪੂਰੇ ਦਿਨ ਨਾਲ ਡਿਊਟੀ ਤੇ ਗਿਆ, ਉਹਦੇ ਕੋਲ ਟਿਫਨ ਹੋਊਗਾ, ਉਹਦਾ ਟਿਫਨ ਖੋਲ ਕੇ ਵੀ ਚੈੱਕ ਕੀਤਾ ਜਾਂਦਾ ਸੀਗਾ ਕਿ ਇਹਦੇ ਟਿਫਨ ਦੇ ਵਿੱਚ ਕੀ ਰੋਟੀ ਸੀਗੀ, ਕੀ ਇਹਨੇ ਰੋਟੀ ਖਾਧੀ ਹੈ, ਕੁਝ ਹੋਰ ਤਾਂ ਨਹੀਂ ਸੀ। ਸੋ ਏਦਾਂ ਦੀ ਜਿਹੜੇ ਹਾਲਾਤ ਪੰਜਾਬ ਦੇ ਬਣੇ ਸਨ। ਸੋ ਗੱਲ ਇਹ ਆਂਦੀ ਹੈ ਕਿ ਜਦੋਂ ਚੋਣਾਂ ਆਉਣ ਵਾਲੀਆਂ ਹੋਈਆਂ ਨੇ ਉਦੋਂ ਹੀ ਕੈਪਟਨ ਸਾਹਿਬ ਦੇ ਇਦਾਂ ਦੇ ਬਿਆਨ ਆਣੇ ਸ਼ੁਰੂ ਹੋਏ ਸੀ। ਉਸ ਤੋਂ 3 ਸਾਲ 4.5 ਸਾਲ ਜਿਹੜੇ ਉਹਨਾਂ ਨੇ ਬਤਾਏ ਨੇ ਪੰਜਾਬ ਦੇ ਵਿੱਚ ਐਜ਼ ਆ ਚੀਫ ਮਿਨਿਸਟਰ, ਉਦੋਂ ਕਿਉਂ ਨਹੀਂ ਉਹਨਾਂ ਨੂੰ ਇਹ ਖਤਰਾ ਮੰਡਰਾਇਆ, ਦਿਖਾਈ ਦਿੱਤਾ ਪੰਜਾਬ ਦੇ ਵਿੱਚ? ਕਿਉਂਕਿ ਇਵੇਂ ਹੁੰਦਾ, ਦੇਖੋ ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ, ਜਿਹੜੇ ਅਸਲੀ ਮੁੱਦੇ ਹੁੰਦੇ ਨੇ ਜੋ ਲੋਕ ਮੰਗ ਰਹੇ ਹੁੰਦੇ ਨੇ, ਠੀਕ ਹੈ, ਜਿਵੇਂ ਬੇਰੁਜ਼ਗਾਰੀ ਦਾ ਮੁੱਦਾ ਸੀ, ਘਰ ਘਰ ਨੌਕਰੀ ਦੇਣ ਦਾ ਮੁੱਦਾ ਸੀ, ਨਿਰਧਾਰਿਤ ਸਮੇਂ ਦੇ ਵਿੱਚ ਨਸ਼ੇ ਖਤਮ ਕਰਨ ਦਾ ਮੁੱਦਾ ਸੀ, ਔਰ ਸਾਰੇ ਕਿਸਾਨਾਂ ਦੇ ਕਰਜ਼ੇ ਭਾਵੇਂ ਜਿਵੇਂ ਵੀ ਮਰਜ਼ੀ ਲਏ ਸੀ, ਉਹ ਸੁਸਾਇਟੀਆਂ ਤੋਂ ਲਏ ਸੀ, ਉਹ ਬੈਂਕਾਂ ਤੋਂ ਲਏ ਸੀ, ਉਹ ਗੈਰ ਸਰਕਾਰੀ ਬੈਂਕਾਂ ਤੋਂ ਲਏ ਸੀ, ਜਿੱਥੋਂ ਵੀ ਲਏ ਸੀ, ਉਹ ਸਾਰੇ ਖਤਮ ਕਰਨ ਦਾ ਜਿਹੜਾ ਇਹਨਾਂ ਦਾ ਐਲਾਨ ਸੀ। ਜਦੋਂ ਇਹਨਾਂ ਨੂੰ ਇਹ ਲੱਗਦਾ ਨਾ ਕਿ ਅਸੀਂ ਤਾਂ ਜਿੰਨੇ ਵੀ ਗੱਪ ਮਾਰੇ ਸੀਗੇ ਹੁਣ ਲੋਕ ਡਾਂਗਾ ਲੈ ਕੇ ਸਾਡੇ ਮਗਰ ਪੈਣ ਵਾਲੇ ਨੇ, ਤਾਂ ਫੇਰ ਇਹ ਕੋਈ ਐਸਾ ਜੁਮਲਾ ਕੱਢਦੇ ਨੇ ਕਿ ਜਿਹਦੇ ਨਾਲ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਇਹ ਮਸਲੇ ਤਾਂ ਛੱਡੋ ਤੁਸੀਂ, ਕਿਤੇ ਇਹ ਨਾ ਹੋਵੇ ਕਿ ਆਪਣੇ ਘਰ ਦੇ ਪਿੱਛੇ ਕੋਈ ਟਿਫਨ ਬੰਬ ਰੱਖ ਜੇ ਜਾਂ ਰਾਤ ਨੂੰ ਆਪਣੇ ਖੇਤ 'ਚ ਡਰੋਨ ਆ ਜੇ। ਮਤਲਬ ਲੋਕਾਂ ਦੀ ਜਿਹੜੀ ਸਾਈਕੀ ਹੁੰਦੀ ਹੈ, ਮਾਨਸਿਕਤਾ ਹੁੰਦੀ ਹੈ, ਉਹਨੂੰ ਯਕਦਮ ਬਦਲ ਦਿੱਤਾ ਜਾਂਦਾ। ਔਰ ਇਹੀ ਕੇਂਦਰ ਵਿੱਚ ਹੋਇਆ। ਤੁਸੀਂ ਵੇਖਿਆ ਹੋਣਾ ਕਿ ਅਬ ਕੀ ਬਾਰ ਮੋਦੀ ਸਰਕਾਰ ਅੱਛੇ ਦਿਨ ਆਉਣਗੇ, ਹਿਟਲਰ ਵੀ ਐਵੇਂ ਕਹਿੰਦਾ ਸੀ ਕਿ ਅੱਛੇ ਦਿਨ ਆਉਣਗੇ, ਔਰ ਲੋਕਾਂ ਨੂੰ ਇਸ ਤਰ੍ਹਾਂ ਮੰਤਰ ਮੁਗਧ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਐਵੇਂ ਲੱਗਿਆ ਕਿ ਜਿਸ ਦਿਨ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਨਾ, ਉਸੇ ਦਿਨ ਹੀ ਯਕਦਮ ਹਿੰਦੁਸਤਾਨ ਦੇ ਵਿੱਚ ਇੱਕ ਸੂਰਜ ਨਹੀਂ ਬਲਕਿ ਬਹੁ ਭਾਂਤੀ ਵਿਕਾਸ ਦੇ ਹਜ਼ਾਰਾਂ ਸੂਰਜ ਚੜ੍ਹਨਗੇ, ਹਨਾ। ਪਰ ਹੋਇਆ ਕੀ, ਜਿਹੜੇ ਉਦੋਂ ਇਹ ਕਹਿੰਦੇ ਸੀ ਕਿ ਅਸੀਂ 35 ਰੁਪਏ ਪੈਟਰੋਲ ਕਰ ਦਿਆਂਗੇ, ਜਿਹੜੇ ਨੰਗੇ ਧੜ ਹੋ ਕੇ ਉਦੋਂ ਮੁਜ਼ਾਹਰੇ ਕਰਦੇ ਸੀ, ਸਿਮਰਤੀ ਇਰਾਨੀ ਵਰਗੀਆਂ ਜਿਹੜੀਆਂ ਰੋ ਰੋ ਕੇ ਦੁਹਾਈ ਦਿੰਦੀਆਂ ਸੀਗੀਆਂ, ਉਹਨਾਂ 'ਚ ਕੋਈ ਨਜ਼ਰ ਨਹੀਂ ਆਇਆ।
ਸਾਰੇ ਮੁਲਕ ਨੂੰ ਥਾਲੀਆਂ ਵਜਾਉਣ ਤੇ ਲਾਤਾ ਲਗਾ ਤੇ ਔਰ ਸਾਰਾ ਜਿਹੜੇ ਲੋਕ ਸੀਗੇ ਉਹਨਾਂ ਨੂੰ ਐਂ ਲੱਗਿਆ ਕਿ ਥਾਲੀਆਂ ਵਜਾਉਣ ਨਾਲ ਮਤਲਬ ਕੋਈ ਨਾ ਕੋਈ ਜਿਹੜੀ ਹੈ ਉਹ ਤਬਦੀਲੀ ਆ ਜਾਵੇਗੀ ਔਰ ਜਿਹੜਾ ਇਹ ਵਾਇਰਸ ਹੈ ਇਹ ਡਰ ਕੇ ਭੱਜਿਆ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚਾਲਾਂ ਹੁੰਦੀਆਂ ਨੇ ਇਹ ਉਹਨਾਂ ਲੋਕਾਂ ਨੂੰ, ਕਿਉਂਕਿ ਬਹੁ ਗਿਣਤੀ ਦੇ ਲੋਕ ਜਿਹੜੇ ਨੇ ਉਹ ਅੰਧ ਵਿਸ਼ਵਾਸੀ ਤੇ ਅਨਪੜ੍ਹ ਨੇ, ਉਹਨਾਂ ਨੂੰ ਵਰਗਲਾਉਣਾ ਸੌਖਾ ਹੁੰਦਾ ਹੈ। ਨਹੀਂ ਤਾਂ ਤੁਸੀਂ ਇੱਕ ਗੱਲ ਦੇਖੋ ਨਾ ਕਿ ਇਵੇਂ ਨਹੀਂ ਹੁੰਦਾ ਕਿ ਤੁਸੀਂ ਇੱਕ ਬੰਦਾ ਪਰੇਸ਼ਾਨ ਹੈ ਹਨਾ, ਚਲੋ ਉਹਨੇ ਗਿਲਾ ਕੀਤਾ, ਦੋ ਬੰਦੇ ਪਰੇਸ਼ਾਨ ਉਹਨੇ ਗਿਲਾ ਕੀਤਾ, ਚਲੋ ਤੁਸੀਂ ਉਹਨੂੰ ਚੁੱਪ ਕਰਾ ਲਿਆ। 1 ਕਰੋੜ ਬੰਦਾ ਆਪਣੇ ਘਰਾਂ ਨੂੰ ਪੈਦਲ ਤੁਰ ਪਿਆ ਔਰ ਹਿੰਦੁਸਤਾਨ ਦੇ ਵਿੱਚ ਕੋਈ ਹਿਲਚੁਲ ਹੀ ਨਹੀਂ। ਸਰਵਉੱਚ ਅਦਾਲਤ ਨੇ ਉਦੋਂ ਨੋਟਿਸ ਲਿਆ ਜਦੋਂ ਰਾਹਾਂ ਦੇ ਵਿੱਚ ਜਾਂਦੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਮਰ ਗਏ ਜਾਂ ਭੁੱਖ ਨੰਗ ਨਾਲ ਜੂਝਦੇ ਬੇਹਾਲ ਹੋ ਰਹੇ। ਔਰ ਬਹੁਤ ਸਾਰੇ ਉਸ ਟਾਈਮ ਬੱਚੇ ਜਿਹੜੇ ਨੇ, ਕੁਝ ਗਰਭਵਤੀ ਮਹਿਲਾਵਾਂ ਸੀਗੀਆਂ ਜਿਹੜੀਆਂ ਕਿ ਇਦਾਂ ਹੀ ਸਮਾਨ ਚੁੱਕ ਕੇ ਆਪਣੇ ਪਿੰਡਾਂ ਨੂੰ ਤੁਰ ਪਈਆਂ, ਰਾਹ ਦੇ ਵਿੱਚ ਹੀ ਉਹਨਾਂ ਦੇ ਬੱਚੇ ਪੈਦਾ ਹੋਏ। ਤੁਸੀਂ ਦੇਖੋ ਆ ਜਿਹੜਾ ਹੁਣ ਤਾਜ਼ਾ ਮਸਲਾ ਹੈ ਵੱਧ ਅਧਿਕਾਰ ਦੇਣ ਦਾ BSF ਨੂੰ, ਇਹਦਾ ਮਤਲਬ ਇਹ ਹੈ ਅੰਮ੍ਰਿਤਸਰ ਕਿੰਨੇ ਕਿਲੋਮੀਟਰ ਹੈ? ਮੈਨੂੰ ਨਹੀਂ ਲੱਗਦਾ ਕਿ 50 ਕਿਲੋਮੀਟਰ ਹੋਵੇਗਾ ਸਰਹੱਦ ਤੋਂ, ਜੀ ਘੱਟ ਹੀ ਹੋਵੇਗਾ। ਜੇ ਇੱਥੋਂ ਤੱਕ ਅੰਦਰ ਤੱਕ ਸਰਹੱਦ ਤੇ ਕਿੰਨੇ ਪਿੰਡ ਨੇ ਜੀ, ਰਾਤ ਨੂੰ ਉਠਾ ਕੇ ਤਲਾਸ਼ੀਆਂ ਲੈਣਗੇ ਇਹ ਹਨਾ, ਔਰ ਫੇਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਗੇ। ਕਿਸੇ ਦੇ ਕੋਲੇ ਨਹੀਂ ਵੀ ਹੋਊਗੀ ਤਾਂ ਆਪਣੀਆਂ ਜੇਬਾਂ ਗਰਮ ਕਰਨ ਵਾਸਤੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਏਗਾ। ਇਹ ਸਾਰਾ ਕੁਝ ਹੁੰਦਾ ਕਿਉਂਕਿ ਤਾਕਤ ਜਦੋਂ ਕਿਸੇ ਵਿਅਕਤੀ ਦੇ ਹੱਥ 'ਚ ਆਉਂਦੀ ਹੈ ਤਾਂ ਜਿਹੜਾ ਥੋੜ ਦਿਲਾ ਹੁੰਦਾ ਨਾ, ਜਾਂ ਜਿਹੜਾ ਇਹ ਚਾਹੁੰਦਾ ਵੀ ਮੈਂ ਯਕਦਮ ਅਮੀਰ ਹੋ ਜਾ, ਉਹ ਫਿਰ ਇਸ ਤਰ੍ਹਾਂ ਦਾ ਤਸ਼ੱਦਦ ਕਰਦਾ ਔਰ ਉਹ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ। ਪੁਲਿਸ ਵੀ ਕਰਦੀ ਹੈ ਤੇ BSF ਕੋਈ ਦੁੱਧ ਧੋਤੀ ਨਹੀਂ ਵੀ ਉਹ ਨਾ ਕਰੇ ਤੇ ਉਹ ਨਾਗਰਿਕਾਂ ਦੀ ਸਿਰਫ ਸੁਰੱਖਿਆ ਕਰੇ ਜਾਂ ਫਿਰ ਉਹ ਸਿਰਫ ਨਸ਼ੇ ਫੜੇ ਜਾਂ ਫਿਰ ਉੱਥੋਂ ਹੁੰਦੀ ਸਮਗਲਿੰਗ ਜਿਹੜੀ ਵੀ ਹੈ ਉਹਦੇ ਤੇ ਉਹ ਮਤਲਬ ਕੋਈ ਅੰਕੁਸ਼ ਲਾਵੇ। ਇਸ ਤਰ੍ਹਾਂ ਨਹੀਂ ਹੁੰਦਾ। ਤਾਕਤ ਦਾ ਇਹ ਇੱਕ ਗੋਰਾ ਹੈ ਕਿ ਘੱਟ ਤਾਕਤ ਬੰਦੇ ਦਾ ਦਿਮਾਗ ਠੀਕ ਰੱਖਦੀ ਹੈ ਤੇ ਜਿੰਨੀ ਵੱਧ ਤਾਕਤ ਹੁੰਦੀ ਹੈ ਬੰਦਾ ਉਨਾ ਹੀ ਵੱਧ ਸ਼ੈਤਾਨ ਹੁੰਦਾ। ਬਿਲਕੁਲ। ਜਿੱਦਾਂ ਕਿ ਤੁਸੀਂ ਕਿਹਾ ਸੀ ਕਿ ਸੈਂਟਰ ਗਵਰਨਮੈਂਟ ਦੀ ਹਮੇਸ਼ਾ ਹੀ ਨਕਾਰਾਤਮਕਤਾ ਸਾਡੇ ਵੱਲ, ਪੰਜਾਬ ਜਿਹੜਾ ਸੂਬਾ ਉਹਦੇ ਵੱਲ ਦੇਖਣ ਨੂੰ ਮਿਲਦੀ ਹੈ। ਕੀ ਇਹਦਾ ਇੱਕ ਇਹ ਵੀ ਸਬੂਤ ਅਸੀਂ ਖੜਾ ਕਰ ਸਕਦੇ ਹਾਂ ਕਿ ਗੁਜਰਾਤ ਦੇ ਵਿੱਚ ਜਿਹੜੀ BSF ਦੀ ਘੇਰਾਬੰਦੀ ਸੀ ਉਹ ਜ਼ਿਆਦਾ ਸੀ, ਉਹ ਘਟਾ ਦਿੱਤੀ ਗਈ ਹੈ? ਉਹ 80 ਕਿਲੋਮੀਟਰ ਸੀ, ਉਹ 50 ਕਿਲੋਮੀਟਰ ਕਰ ਦਿੱਤੀ ਗਈ ਹੈ। ਰਾਜਸਥਾਨ ਦੇ ਵਿੱਚ 50 ਕਿਲੋਮੀਟਰ ਸੀ, 50 ਕਿਲੋਮੀਟਰ ਹੀ ਰੱਖੀ ਗਈ ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਇਹ ਹੈ ਇਹਦੇ ਬਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਕੇਂਦਰ ਆਪਣੀ ਪ੍ਰਭੂ ਸੱਤਾ ਕਾਇਮ ਕਰ ਰਿਹਾ ਔਰ ਇੱਥੇ ਸੂਬਾ ਸਰਕਾਰ ਨਾਮ ਦੀ ਕੋਈ ਚੀਜ਼ ਰਹਿਣ ਨਹੀਂ ਦੇਣੀ ਉਹਨਾਂ ਨੇ। ਭਾਵੇਂ ਚੋਣਾਂ ਦੇ ਵਿੱਚ ਜਿਹੜੇ ਮਰਜ਼ੀ ਸਿਆਸੀ ਪਾਰਟੀ ਦੀ ਸਰਕਾਰ ਬਣ ਜਾਵੇ, ਪਰ ਹੁਕਮ ਕਿਹਦਾ ਚੱਲੇਗਾ? ਹੁਕਮ ਉੱਥੋਂ ਆਵੇਗਾ ਔਰ ਹੌਲੀ ਹੌਲੀ ਹੋ ਸਕਦਾ ਹੈ ਕਈ ਐਸੇ ਕਾਨੂੰਨ ਵੀ ਪੈਦਾ ਕਰ ਦਿੱਤੇ ਜਾਣ ਕਿ ਜਿੰਨੇ ਸਾਡੇ ਉਹ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੀ ਵਿਧਾਨ ਸਭਾ ਦੇ ਅਧਿਕਾਰ ਖੇਤਰ ਚਾਹੁੰਦੇ ਨੇ, ਉਹ ਸ਼ਕਤੀਆਂ ਸਾਡੀਆਂ ਜਿਹੜੀਆਂ ਸੂਬੇ ਦੀ ਬਿਹਤਰੀ ਵਾਸਤੇ ਕਾਨੂੰਨ ਪਾਸ ਕਰਨ ਦੇ ਸਮਰੱਥ ਨੇ, ਉਹਨਾਂ ਨੂੰ ਵੀ ਘਟਾ ਦਿੱਤਾ ਜਾਵੇਗਾ। ਜਿਵੇਂ ਖੇਤੀ ਸੰਬੰਧੀ ਕਾਨੂੰਨ ਉਹ ਬਣਾ ਰਹੇ ਨੇ। ਬਿਲਕੁਲ ਠੀਕ ਹੈ। ਖੇਤੀ ਕੀ ਹੈ ਕੀ ਨਹੀਂ ਹੈ, ਉੱਥੇ ਜਿਹੜੇ ਬਾਬੂ ਬੈਠੇ ਨੇ ਇਹ ਉਹਨਾਂ ਦੇ ਦਿਮਾਗ ਦੀ ਗੱਲ ਨਹੀਂ, ਸਮਝਦੇ ਹੋ ਨਾ। ਸਾਡੀਆਂ ਕੀ ਜ਼ਮੀਨੀ ਸਮੱਸਿਆਵਾਂ ਨੇ, ਖੇਤੀ ਪੈਦਾਵਾਰ ਤੇ ਖੇਤੀ ਪੈਦਾਵਾਰ ਕਰਨ ਤੇ ਲਾਗਤ ਕਿੰਨੀ ਆਉਂਦੀ ਹੈ, ਜ਼ਿਮੀਂਦਾਰਾਂ ਦਾ ਹਾਲ ਕੀ ਹੈ, ਜਿਹੜਾ ਕੁਦਰਤੀ ਕਰੋਪੀਆਂ ਨਾਲ ਉਜਾੜਾ ਹੁੰਦਾ ਉਹਦੀ ਭਰਪਾਈ ਨਹੀਂ ਹੁੰਦੀ। ਠੀਕ, ਕਿਸਾਨਾਂ ਨੂੰ ਲਾਰੇ ਦਿੱਤੇ ਜਾਂਦੇ ਨੇ ਔਰ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ। ਕੋਈ ਨਾ ਕੋਈ ਐਸਾ ਐਲਾਨ ਕਰਕੇ ਜੀ ਆਹ ਕਰ ਦਿਆਂਗੇ, ਅਸੀਂ ਤੁਹਾਡੀ ਆਮਦਨੀ ਦੁੱਗਣੀ ਕਰ ਦਿਆਂਗੇ, ਤੁਹਾਡੀ ਚੌਗੁਣੀ ਕਰ ਦਿਆਂਗੇ। ਫਿਰ ਇਹ ਪੁੱਛਿਆ ਜਾਂਦਾ ਕਿ ਤੁਹਾਡੀਆਂ ਜੇਬਾਂ 'ਚ ਨੋਟ ਆਏ ਕਿ ਨਹੀਂ। ਉੱਥੇ ਜਿਹੜੇ ਅੰਨੇ ਬੋਲੇ ਬੈਠੇ ਹੁੰਦੇ ਆ ਉਹ ਕਹਿੰਦੇ ਜੀ ਹਾਂ ਨੇ ਸਾਡੀਆਂ ਤਾਂ ਜੇਬਾਂ ਨੋਟਾਂ ਨਾਲ ਭਰ ਗਈਆਂ। ਇਹ ਲੜਾਈ ਬੜੀ ਲੰਬੀ ਹੈ ਔਰ ਇਹ ਲੜਾਈ ਜਿਹੜੀ ਕਿਸਾਨੀ ਸੰਘਰਸ਼ ਦੀ ਹੈ ਇਹ ਕਿਉਂ ਪੈਦਾ ਹੋਈ ਹੈ? ਇਸ ਕਰਕੇ ਪੈਦਾ ਹੋਈ ਹੈ ਕਿ ਫੈਡਰਲਿਜ਼ਮ ਨੂੰ ਖਤਮ ਕਰਨ ਵਾਸਤੇ ਜਿਹੜੀ ਕਵਾਇਦ ਕੇਂਦਰ ਵੱਲੋਂ ਸ਼ੁਰੂ ਕੀਤੀ ਗਈ ਹੈ, ਇਹ ਸਾਰਾ ਕੁਝ ਉਸ ਦਾ ਸਿੱਟਾ ਹੈ। ਕਿਹਾ ਤਾਂ ਇਹ ਜਾ ਰਿਹਾ ਕਿ ਜੀ ਇਹ 3 ਖੇਤੀ ਕਾਨੂੰਨ ਨੇ ਜਿਹੜੇ ਇਹ ਕਿਸਾਨਾਂ ਵਾਸਤੇ ਲਾਹੇਵੰਦ ਨੇ ਔਰ ਇਹ ਵੀ ਕਿਹਾ ਹੈ ਪ੍ਰਧਾਨ ਮੰਤਰੀ ਨੇ ਕਿ ਅਜੇ ਤੱਕ ਕਿਸਾਨ ਇਹਨਾਂ 'ਚ ਕੋਈ ਨੁਕਸ ਨਹੀਂ ਕੱਢ ਸਕੇ। ਗੱਲਬਾਤ ਤਾਂ ਸ਼ੁਰੂ ਕਰਾਂਗੇ, ਪਹਿਲਾਂ ਇਹਦੇ 'ਚ ਨੁਕਸ ਕੱਢੋ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੇ ਪੜ੍ਹੇ ਨਹੀਂ,
ਪੜ੍ਹੇ ਨਹੀਂ। ਸੋ ਇੱਕ ਦੇ ਮਗਰ ਦੂਜਾ ਲੱਗ ਕੇ ਭੇਡ ਚਾਲ ਦੀ ਤਰ੍ਹਾਂ ਚੱਲ ਰਹੇ ਨੇ। ਮੋਦੀ ਜੀ ਨੇ ਖੁਦ ਮੰਨਿਆ, ਇੱਕ ਟੀਵੀ ਇੰਟਰਵਿਊ 'ਚ ਵਾਇਰਲ ਹੋਈ ਹੈ, ਕਿ ਮੈਂ ਪੜ੍ਹਿਆ ਨਹੀਂ ਹੋਇਆ, ਮੈਂ ਸਿਰਫ 10ਵੀਂ ਪਾਸ ਹਾਂ। ਜੀ ਮੰਨਿਆ ਕਿ ਨਹੀਂ? ਬਿਲਕੁਲ। ਕਿਸਾਨਾਂ ਦੇ ਵਿੱਚ ਡਾਕਟਰ ਦਰਸ਼ਨਪਾਲ ਵਰਗੇ, ਯੋਗੇਂਦਰ ਯਾਦਵ ਵਰਗੇ, ਠੀਕ ਹੈ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਹਨਾਂ ਕਾਨੂੰਨਾਂ ਦਾ ਰੋਮ ਰੋਮ ਜਾਣਦੇ ਨੇ ਕਿ ਕੀ ਹੈ ਜੀ। ਠੀਕ ਹੈ, ਅਸੀਂ ਇਸ ਤੇ ਹੁਣ ਅਜੇ ਇਹ ਕਾਨੂੰਨ ਕੀ ਨੇ, ਅਸੀਂ ਇਸ ਤੇ ਅਜੇ ਚਰਚਾ ਨਹੀਂ ਕਰਨੀ, ਕਿ ਖੁੱਲੇ ਸਮੇਂ 'ਚ ਕਰਾਂਗੇ। ਪਰ ਇਹ ਤਾਂ ਅਨਪੜ੍ਹ ਨੇ। ਜਿਹੜਾ ਖੁਦ ਮੰਨਦਾ ਕਿ ਮੈਂ ਅਨਪੜ੍ਹ ਹਾਂ ਤੇ ਉਹਦੀਆਂ ਅਮਿਤ ਸ਼ਾਹ ਜੀ ਡਿਗਰੀਆਂ ਪੇਸ਼ ਕਰ ਰਹੇ ਨੇ। ਜੀ ਬਿਲਕੁਲ ਜੀ। ਠੀਕ ਹੈ, ਇਹ ਸਵਾਲ ਹੈ ਜਿਹੜਾ ਇਹ ਕਦੇ ਕਿਸੇ ਅਦਾਲਤ ਨੇ ਪੁੱਛਿਆ ਕਿ ਸਰ ਨਰਿੰਦਰ ਮੋਦੀ ਜੀ, ਸਾਨੂੰ ਇਹ ਗੱਲ ਦਾ ਪਹਿਲਾਂ ਵਿਖਿਆਨ ਕਰੋ ਕਿ ਤੁਸੀਂ ਤਾਂ ਖੁਦ ਕਿਹਾ ਕਿ ਮੈਂ 10ਵੀਂ ਪਾਸ ਹਾਂ, ਪਰ ਜੋ ਮੈਂ ਗ੍ਰਹਿਣ ਕੀਤਾ ਜੀਵਨ 'ਚੋਂ, ਜੋ ਮੈਂ ਗ੍ਰਹਿਣ ਕੀਤਾ, ਦੇਖੋ ਇੱਕ ਗੱਲ ਹੁੰਦੀ ਹੈ ਕਿ ਇੱਕ ਅਨਪੜ੍ਹ ਬੰਦਾ ਵੀ ਡਿਗਰੀਆਂ ਭਾਵੇਂ ਕਿਸੇ ਕੋਲੇ 5 ਹੋਣ, ਉਹਦੇ ਤੋਂ ਸਿਆਣਾ ਦਾਨਿਸ਼ਮੰਦ ਹੋ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਮੈਂ ਜੇ ਅੱਜ ਕਹਾਂ ਬਾਵਾਜ਼ੇ ਬੁਲੰਦ ਇਹ ਕਹਾਂ ਕਿ ਮੈਂ 10ਵੀਂ ਤੱਕ ਪੜ੍ਹਿਆ ਭਾਈ, ਤੇ ਦੂਜੇ ਦਿਨ ਮੇਰਾ ਮਾਮਾ ਮੇਰੀਆਂ ਡਿਗਰੀਆਂ ਦਿਖਾ ਦੇ ਕਿ ਆਹ ਜੀ ਸਾਡੇ ਭਾਣਜੇ ਦੀ PhD ਦੀ ਡਿਗਰੀ ਆ, ਆਹ ਉਹਦੀ BA ਦੀ ਡਿਗਰੀ ਆ, ਉਹਦੀ ਆਪਣੇ MA ਦੀ ਡਿਗਰੀ ਹੈ, ਤੇ ਦੱਸੋ ਇਹ ਫਿਰ ਛੋਟੀ ਮੋਟੀ ਗੱਲ ਨਹੀਂ। ਮੈਂ ਤਾਂ ਚਲੋ ਮੰਨ ਲਓ ਕਾਨੂੰਨ ਆ ਜਾਂ ਪਟਵਾਰੀਆਂ, ਤੇ ਮੇਰੇ ਬਾਰੇ ਕੋਈ ਲੋਕ ਨੋਟਿਸ ਨਹੀਂ ਲਏਗਾ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਹੈ ਔਰ ਉਹਦੇ ਇਸ ਗੱਲ ਨੂੰ ਬਿਲਕੁਲ, ਔਰ ਅਗਲੇ ਦਿਨ ਉਹਦੀ ਗੱਲ ਜਿਹੜੀ ਆ ਪਲਟ ਕੇ ਕੋਈ ਹੋਰ ਉਹਦਾ ਜਵਾਬ ਦਿੰਦਾ। ਸੋ ਇੱਥੇ ਬਲਜੀਤ ਜੀ ਜ਼ੁਬਾਨ ਦੀ ਵੀ ਗੱਲ ਆਉਂਦੀ ਹੈ। ਕਹਿੰਦੇ ਹੁੰਦੇ ਸੀ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾ ਜ਼ੁਬਾਨ ਦੀ ਬੜੀ ਵੈਲਿਊ ਹੁੰਦੀ ਸੀ। ਪੁਰਾਣੇ ਲੋਕ ਜਿਹਨੂੰ ਜਿਹੜਾ ਵਾਅਦਾ ਕਰ ਦਿੰਦੇ ਹੁੰਦੇ ਸੀ, ਉਹ ਕਹਿੰਦੇ ਸੀ ਭਾਵੇਂ ਸਾਡੀ ਧੌਣ ਕੱਟੀ ਜਾਵੇ, ਪਰ ਜਿਹੜੀ ਅਸੀਂ ਜ਼ੁਬਾਨ ਦਿੱਤੀ ਹੈ ਨਾ, ਉਹ ਅਸੀਂ ਪੁਗਾਣੀ ਹੈ। ਹੁਣ ਉਲਟ ਹੋ ਗਿਆ, ਹੁਣ ਇਹ ਹੁੰਦਾ ਕਿ ਭਾਵੇਂ ਸੁਣਨ ਵਾਲੇ ਦੀ ਜ਼ੁਬਾਨ ਕੱਟੀ ਜਾਵੇ, ਮੈਂ ਸੱਚ ਨਹੀਂ ਬੋਲਣਾ, ਮੈਂ ਸੱਚ ਨਹੀਂ। ਤਾਂ ਸਾਰੇ ਮੁਲਕ ਦੀਆਂ ਜ਼ੁਬਾਨਾਂ ਬੰਦ ਕਰ ਦਿੱਤੀਆਂ ਗਈਆਂ, ਹੁਣ ਕੋਈ ਬੋਲਦਾ ਹੀ ਨਹੀਂ ਜੀ। ਸੋ ਇੱਥੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਇੱਕ ਹੋਰ ਗੱਲ ਇਹ ਕਰਾਂਗੇ ਕਿ ਜਿੱਦਾਂ ਕਿ ਵੱਖੋ ਵੱਖਰੀਆਂ ਪਾਰਟੀਆਂ, ਹੁਣ ਪਤਾ ਇਲੈਕਸ਼ਨ ਆ ਗਏ ਨੇ ਪੰਜਾਬ ਦੇ ਵਿੱਚ, ਹਨਾ, ਥੋੜਾ ਜਿਹਾ ਸਮਾਂ ਰਹਿ ਗਿਆ। ਸੋ ਹਰ ਇੱਕ ਪਾਰਟੀ ਆਪੋ ਆਪਣਾ ਪੈਂਤੜਾ ਨਵਾਂ ਲੈ ਕੇ ਆ ਰਹੀ ਹੈ। ਸੋ ਅਰਵਿੰਦ ਕੇਜਰੀਵਾਲ ਜੀ ਪਰਸੋਂ ਤੀਜੇ ਦੌਰੇ ਤੇ ਆਏ ਨੇ। ਪਹਿਲਾਂ ਤਾਂ ਉਹਨਾਂ ਨੇ ਦੇਵੀ ਤਲਾਬ ਆ ਕੇ ਮੱਥਾ ਟੇਕਿਆ, ਉਹਨਾਂ ਨੇ ਕਿਹਾ ਮੈਂ ਸਿਰਫ ਇੱਥੇ ਮੱਥਾ ਟੇਕਣ ਆਇਆ, ਹਨਾ, ਮੈਂ ਕੋਈ ਸਿਆਸੀ ਗੱਲ ਨਹੀਂ ਕਰਨ ਆਇਆ। ਪਰ ਕੱਲ ਉਹਨਾਂ ਨੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ। ਤੁਹਾਨੂੰ ਕੀ ਲੱਗਦਾ ਕਿਸਾਨਾਂ ਨੂੰ ਛੱਡ ਕੇ ਉਹਨਾਂ ਨੇ ਜਿਹੜੀ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ, ਕੀ ਹੁਣ ਆਮ ਆਦਮੀ ਪਾਰਟੀ ਵਾਸਤੇ ਵੀ ਸਿਰਫ ਮੇਨ ਮੁੱਦਾ ਇਲੈਕਸ਼ਨਾਂ ਵਾਸਤੇ ਵਪਾਰੀਆਂ ਤੋਂ ਪੈਸੇ ਬਟੋਰਨਾ ਹੋ ਗਿਆ? ਦੇਖੋ ਇਹ ਗੱਲ ਪੱਥਰ ਤੇ ਲਕੀਰ ਹੈ ਜੀ, ਕਿ ਕੋਈ ਵੀ ਜਿਹੜੀ ਸਰਕਾਰ ਹੁੰਦੀ ਹੈ ਨਾ, ਉਹਦੇ ਪਿੱਛੇ ਜਿਹੜੀ ਤਾਕਤ ਹੁੰਦੀ ਹੈ, ਸਮਝਦੇ ਹੋ ਨਾ, ਸਟੇਟ ਦੇ ਪਿੱਛੇ, ਇਹ ਸਟੇਟ ਬਿਹਾਈਂਡ ਏ ਸਟੇਟ ਜੀ, ਜਿਹੜੀ ਸਟੇਟ ਸਾਨੂੰ ਨਜ਼ਰ ਆਉਂਦੀ ਹੈ ਉਹ ਸਟੇਟ ਨਹੀਂ ਹੁੰਦੀ। ਜਿਹੜਾ ਸਾਨੂੰ ਦਿਸਦਾ ਨਾ ਰਾਸ਼ਟਰਪਤੀ ਹੈ, ਇਹ ਪ੍ਰਧਾਨ ਮੰਤਰੀ ਹੈ, ਇਹ ਕੈਬਨਿਟ ਮੰਤਰੀ ਨੇ, ਠੀਕ ਹੈ, ਇਹ ਸੰਸਦ ਮੈਂਬਰ ਨੇ, ਤਾਂ ਇਹ ਸਾਰਾ ਕੁਝ ਜਿਹੜਾ ਹੁੰਦਾ ਹੈ, ਇਹਦੇ ਪਿੱਛੇ ਜਿਹੜੀ ਸਟੇਟ ਹੁੰਦੀ ਹੈ ਉਹ ਸਰਮਾਏਦਾਰੀ ਹੁੰਦੀ ਹੈ। ਜਿਹੜੀ ਸਰਮਾਏਦਾਰੀ ਹੁੰਦੀ ਹੈ ਉਹ ਗਵਰਨ ਕਰਦੀ ਹੈ। ਸਰਮਾਏਦਾਰ ਜਿਹੜੇ ਹੁੰਦੇ ਨੇ ਉਹਨਾਂ ਦੇ ਹੱਥ ਵਿੱਚ ਤਾਰਾਂ ਹੁੰਦੀਆਂ ਨੇ, ਕਠਪੁਤਲੀਆਂ ਵੇਖੀਆਂ ਨਾ ਤੁਸੀਂ, ਉਹ ਪਸੇ ਪਰਦਾ ਪਿੱਛੇ ਹੋ ਕੇ ਉਹਨੂੰ ਹਿਲਾਉਂਦੇ ਨੇ ਤੇ ਉਹ ਹਿੱਲੀ ਜਾਂਦੇ ਨੇ। ਉਹਨਾਂ ਤੋਂ ਬਿਨਾਂ ਦੁਨੀਆ ਦੀ ਨਾ ਕੋਈ ਸਰਕਾਰ ਚੱਲਦੀ ਹੈ ਤੇ ਨਾ ਹੀ ਕੋਈ ਸਰਕਾਰ ਨੂੰ ਚਲਾ ਸਕਦਾ ਹੈ। ਕੇਜਰੀਵਾਲ ਹੋਰਾਂ ਦੀ ਜਿਹੜੀ ਇਹ ਫੇਰੀ ਹੈ, ਜਿਹੜੀ ਮੁਲਾਕਾਤ ਉਹਨਾਂ ਨੇ ਵਪਾਰੀਆਂ ਨਾਲ ਕੀਤੀ ਹੈ, ਔਰ ਉਹਨਾਂ ਨੂੰ ਬੜੇ ਬੜੇ ਸ਼ਬਦ ਬਾਗ ਵਿਖਾਏ ਨੇ ਕਿ ਫਲਾਨਾ ਜੀ ਰੈੱਡ ਟੇਪਿਜ਼ਮ ਖਤਮ ਕਰ ਦਿੱਤਾ ਜਾਵੇਗਾ ਜੀ, ਕਰਪਸ਼ਨ ਖਤਮ ਕਰ ਦਿੱਤੀ, ਸਾਰਾ ਕੁਝ ਖਤਮ ਕਰ ਦਿੱਤਾ ਜਾਵੇਗਾ। ਜੋ ਵੀ ਵਪਾਰੀਆਂ ਨੂੰ, ਉਹਨਾਂ ਨੂੰ ਪਤਾ ਸੀ ਵੀ ਇਹ ਚੰਗਾ ਲੱਗੇਗਾ ਤੇ ਮੈਂ ਐਂ ਕਹਿੰਦਾ, ਉਹ ਕਿਉਂ ਵਪਾਰੀਆਂ ਕੋਲੇ ਆਏ ਨੇ? ਜਿਹੜੇ ਵਪਾਰੀ ਨੇ ਉਹ ਇੱਕ ਤਾਂ ਉਹਨਾਂ ਕੋਲੇ ਪੈਸਾ ਹੁੰਦਾ ਜੀ, ਇਲੈਕਸ਼ਨ ਵਿੱਚ ਉਹ ਵੱਡਾ ਵੱਡਾ ਫੰਡ ਦਿੰਦੇ ਆ। ਅਜੇ ਤੱਕ ਤਾਂ ਇਹਨਾਂ ਨੇ ਪਹਿਲੇ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜੀ। ਆਪਣੇ ਆਪ ਨੂੰ ਕੇਜਰੀਵਾਲ ਇਹ ਦੱਸ ਰਿਹਾ ਕਿ ਇੱਕ ਵਾਰੀ ਸਾਨੂੰ ਮੌਕਾ ਦੇ ਦਿਓ ਕਿਉਂਕਿ ਮੈਂ ਬਹੁਤ ਇਮਾਨਦਾਰ ਹਾਂ। ਮੈਂ ਇਹ ਗੱਲ ਬਹੁਤ ਵਾਰੀ ਕਹਿਣਾ ਹੁੰਦਾ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਇਮਾਨਦਾਰ ਹਾਂ, ਉਹਦੇ ਵਰਗਾ ਠੱਗ ਕੋਈ ਨਹੀਂ ਜੰਮਿਆ ਹੁੰਦਾ, क्योंकि ईमानदारी है ना जी, हकीकत खुद को मनवाती है, ये मानी नहीं जाती। जे मैं कहन लग जाना कि मैं बहुत ईमानदार हाँ जी, मैं बहुत वधिया पत्रकार हाँ जी, मैं कदे झूठ नहीं बोलिया जी, इहदा मतलब मेरे वर्गा दगेबाज ते झूठा बंदा जम्मिया नहीं कोई। ठीक है, ये अपने आप ते आप ही फड़ के मोहरां लाई जांदे ने कि असीं ईमानदार हाँ और असीं जी पंजाब दी कायाकल्प कर देंगे। ये कायाकल्प नहीं हुंदी क्योंकि जेड़े पतंदरां तो तुसीं फंड लओगे ਕਰੋੜਾਂ ਰੁਪਈਆ ਦੇ ਵਿੱਚ ਤੇ ਫਿਰ ਤੁਸੀਂ ਉਹਨਾਂ ਦੇ ਹਿੱਤ ਹੀ ਪੂਰੋਗੇ ਨਾ, ਤੇ ਫਿਰ ਤੁਸੀਂ ਉਹਨਾਂ ਦੇ ਮਫਾਦ ਹੀ ਪੂਰੇ ਕਰੋਗੇ ਨਾ। ਜਿਹੜੀ ਗੱਲ ਤੁਸੀਂ ਕਰਨੀ ਹੈ ਉਹ ਤੁਸੀਂ ਕਰਦੇ ਨਹੀਂ। ਪਹਿਲੀ ਗੱਲ,
ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰੋਗੇ? ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਤੁਸੀਂ ਕਹਿੰਦੇ ਰਹੇ ਹੁਣ ਤੱਕ ਝੂਠ ਬੋਲਦਾ ਸੀ ਉਹ। ਚਲੋ ਉਹਨਾਂ ਨੇ ਜੋ ਵੀ ਕੀਤਾ ਦੈਟ ਇਜ਼ ਪਾਸਟ ਜੀ, ਉਹ ਹੁਣ ਅਤੀਤ ਦੀ ਗਾੜ ਦੇ ਵਿੱਚ ਦਫਨ ਹੋ ਗਿਆ। ਬਿਲਕੁਲ। ਉਹ ਵਾਅਦੇ ਨਹੀਂ ਪੂਰੇ ਕੀਤੇ ਤਾਂ ਉਹਨਾਂ ਦਾ ਜੋ ਹਾਲ ਹੋਇਆ ਸਭ ਦੇ ਸਾਹਮਣੇ, ਉਹਨਾਂ ਨੇ ਆਪਣਾ ਕੀਤਾ ਭੁਗਤਿਆ ਜੀ। ਠੀਕ ਹੈ। ਉਹਨਾਂ ਨੂੰ ਜਿਸ ਤਰ੍ਹਾਂ ਜ਼ਲੀਲ ਕਰਕੇ ਲਾਇਆ ਗਿਆ ਮੁੱਖ ਮੰਤਰੀ ਦੇ ਅਹੁਦੇ ਤੋਂ, ਬਿਲਕੁਲ ਜੀ, ਉਹ ਇੱਕ ਵੱਖਰਾ ਚੈਪਟਰ ਹੈ। ਬਿਲਕੁਲ। ਉਹਨਾਂ ਨੇ ਨਹੀਂ ਕੀਤਾ। ਕੇਜਰੀਵਾਲ ਨੂੰ ਪੁੱਛਣ ਵਾਲਾ ਹੋਵੇ ਤੂੰ ਕਰੇਗਾ? ਤੁਸੀਂ ਜਿਹੜਾ ਹੁਣ ਤੱਕ ਕਹਿੰਦੇ ਰਹੇ ਹੋ ਕੈਪਟਨ ਝੂਠ ਮਾਰਦਾ ਰਿਹਾ, ਕੈਪਟਨ ਆਹ ਕਰਦਾ ਰਿਹਾ, ਕੈਪਟਨ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ, ਤੁਸੀਂ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮਾਫ ਕਰੋਗੇ? ਜੀ ਨਹੀਂ ਕਰਨਗੇ। ਜੇ ਉਹ ਕਰਨਗੇ ਤਾਂ ਇਹ ਐਲਾਨ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਦੂਜਾ, ਪੰਜਾਬ ਦੇ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਜਿਹੜੇ ਕੈਪਟਨ ਸਾਹਿਬ ਨੇ ਨਾਟਕ ਜਿਹਾ ਸ਼ੁਰੂ ਕੀਤਾ ਸੀਗਾ ਕਿ ਪ੍ਰਾਈਵੇਟ ਕੰਪਨੀ ਵਾਲੇ ਆ ਜਾਂਦੇ, ਉਹ 10-10 15-15 ਹਜ਼ਾਰ ਦੇ ਵਿੱਚ ਨੌਕਰੀਆਂ ਦੇ ਦਿੰਦੇ, ਕਹਿੰਦੇ ਜੀ ਵੱਡਾ ਮੇਲਾ ਲੱਗ ਗਿਆ ਰੁਜ਼ਗਾਰ ਦਾ, ਤੇ ਉੱਥੇ ਜਿਹੜਾ ਜਵਾਕਾਂ ਦਾ ਹਾਲ ਹੁੰਦਾ ਸੀਗਾ 15,000 ਦੇ ਵਿੱਚ ਚੰਡੀਗੜ੍ਹ ਦਾ ਕੀ ਮਤਲਬ ਹੈ ਨੌਕਰੀ ਦਾ, ਜਾਂ 15,000 ਰੁਪਏ ਤੁਸੀਂ ਮੁਹਾਲੀ ਜਾ ਕੇ ਕੀ ਕਰ ਲਓਗੇ ਜਿੱਥੇ ਕਿਰਾਇਆ ਤੁਹਾਨੂੰ 13,000 ਰੁਪਏ ਦੇਣਾ ਪੈਂਦਾ ਇੱਕ ਕਮਰੇ ਦਾ। ਇਹ ਗੱਲਾਂ ਕਿਸੇ ਨੇ ਨਹੀਂ ਸੋਚੀਆਂ। ਕੀ ਇਹ ਬੇਰੁਜ਼ਗਾਰੀ ਦੂਰ ਕਰਨਗੇ? ਦੂਜੀ ਗੱਲ, ਕੀ ਕੇਜਰੀਵਾਲ ਪੰਜਾਬ ਦੇ ਵਿੱਚ ਵਿੱਦਿਆ ਫ੍ਰੀ ਕਰੇਗਾ? ਕੀ ਚਲੋ ਸਾਰਿਆਂ ਦੀ ਵਿੱਦਿਆ ਨਾ ਫ੍ਰੀ ਕਰੇ, ਮਾਜ਼ੂਰ ਬੱਚੀਆਂ ਦੀ, ਗਰੀਬ ਪਰਿਵਾਰਾਂ ਦੀ, ਔਰ ਖਾਸ ਕਰਕੇ ਲੜਕੀਆਂ ਦੀ ਇਹ ਵਿੱਦਿਆ ਪ੍ਰਣਾਲੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੱਦ ਸ਼ਾਮਿਲ ਕੀਤੀ ਜਾਵੇਗੀ ਕਿ ਜਿੰਨੀਆਂ ਪੰਜਾਬ ਦੀਆਂ ਬੱਚੀਆਂ ਹੋਣਗੀਆਂ ਤਾਮਰ ਜਿੱਥੋਂ ਤੱਕ ਪੜ੍ਹਨਗੀਆਂ ਉਹਨਾਂ ਦੀ ਵਿੱਦਿਆ ਫ੍ਰੀ ਹੋਵੇਗੀ। ਠੀਕ ਹੈ। ਦੂਸਰੀ ਗੱਲ, ਕੀ ਤੂੰ ਇਹ ਜੀ ਕੋਈ ਪੰਜਾਬ ਦੇ ਵਿੱਚ ਯੂਨੀਵਰਸਿਟੀ ਖੋਲੇਗਾ ਜਿਹੜੀ ਮਿਆਰੀ ਸਿੱਖਿਆ ਦੇਵੇਗੀ ਔਰ ਉਹਦੇ ਵਿੱਚ ਲਾਇਕ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਣਗੇ? ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਕੀ ਤੂੰ ਜਿਹੜਾ ਆਹ ਗੈਰ ਸਰਕਾਰੀ ਯੂਨੀਵਰਸਿਟੀਆਂ ਦਾ ਜਾਲ ਵਿਛਿਆ ਹੋਇਆ, ਵੱਡੀਆਂ ਵੱਡੀਆਂ ਦੁਕਾਨਾਂ ਖੜੀਆਂ ਕਰਤੀਆਂ ਕਾਰਪੋਰੇਟਾਂ ਨੇ, ਤੂੰ ਇਹਨਾਂ ਨੂੰ ਬੰਦ ਕਰੇਗਾ? ਜਿਹੜੇ ਬੱਚੇ ਨੂੰ, ਇੱਕ ਬੱਚੇ ਨੂੰ ਤੁਸੀਂ ਪ੍ਰੀ ਨਰਸਰੀ ਵਿੱਚ ਜੇ ਤੁਸੀਂ ਉੱਥੇ ਦਾਖਲ ਕਰਾਉਣਾ ਹੈ ਤੇ ਤੁਹਾਨੂੰ 60,000 ਰੁਪਇਆ ਫੀਸ ਦੇਣੀ ਪੈਂਦੀ ਹੈ, ਤੂੰ ਇਹ ਬੰਦ ਕਰੇਗਾ ਦੁਕਾਨਦਾਰੀ? ਇਹ ਜਿਹੜੀਆਂ ਠੱਗੀਆਂ ਹੋ ਰਹੀਆਂ ਨੇ, ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ, ਤੂੰ ਅੱਜ ਕਹਿ ਰਿਹਾ ਕਿ ਮੈਂ ਭ੍ਰਿਸ਼ਟਾਚਾਰ ਬੰਦ ਕਰੂੰਗਾ। ਭ੍ਰਿਸ਼ਟਾਚਾਰ ਨਹੀਂ ਕੋਈ ਬੰਦ ਕਰ ਸਕਦਾ, ਕਿਉਂਕਿ ਭ੍ਰਿਸ਼ਟਾਚਾਰ ਹੀ ਸਾਡਾ ਸੱਭਿਆਚਾਰ ਬਣ ਗਿਆ। ਤੁਸੀਂ ਕਿੱਥੇ ਕਿੱਥੇ ਰੋਕੋਗੇ? ਤੂੰ ਇਹ ਗੱਲ ਕਰੇਗਾ ਕਿ ਤਹਿਸੀਲ ਦੇ ਵਿੱਚ ਕੋਈ ਤਹਿਸੀਲਦਾਰ ਕਿਸੇ ਰਜਿਸਟਰੀ 'ਚ 2,000 ਰੁਪਇਆ ਨਹੀਂ ਲਊਗਾ? ਕੋਈ ਕਿਸੇ ਨੇ ਕਿਹਾ? ਚਰਨਜੀਤ ਸਿੰਘ ਚੰਨੀ ਵੀ ਨਹੀਂ ਇਹ ਕਹਿ ਸਕਦੇ ਕਿ ਅੱਜ ਤੋਂ ਤਹਿਸੀਲਾਂ ਦੇ ਵਿੱਚ ਜੇ ਕੋਈ ਬੰਦਾ ਇਸ ਤਰ੍ਹਾਂ ਰਿਸ਼ਵਤ ਲੈਂਦਾ ਫੜਿਆ ਗਿਆ, ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ, ਮੈਂ ਉਸ ਨੂੰ ਬਰਖਾਸਤ ਕਰ ਦੂੰਗਾ। ਤੁਸੀਂ ਐਂ ਕਰੋ, ਅੱਜ ਰਜਿਸਟਰੀ ਕਰਾਉਣ ਜਾਓ, ਉੱਥੇ ਪਹਿਲਾਂ ਹੀ ਜਿਹੜਾ ਵਸੀਕਾ ਨਵੀਸ ਹੈ ਉਹ ਤੁਹਾਨੂੰ ਕਹੂਗਾ ਜੀ ਆ 2,000 ਰੁਪਏ ਅੰਦਰ ਜਾਣੇ ਆ, ਆਪ ਫੜਾਇਓ ਤੁਸੀਂ। ਤੇ ਜੇ ਤੁਸੀਂ ਤਹਿਸੀਲਦਾਰ ਨੂੰ ਪੈਸੇ ਨਹੀਂ ਦਿੰਦੇ, ਇਹ ਲੋਕ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਜੇ ਤੁਸੀਂ ਤਹਿਸੀਲਦਾਰ ਨੂੰ ਪੈਸੇ ਨਹੀਂ ਦਿੰਦੇ, ਉਹ ਕਹਿੰਦੇ ਮੈਂ ਮੌਕਾ ਵੇਖੂੰਗਾ, ਇਹਦੇ 'ਚ ਤਾਂ ਕੋਈ ਘਪਲਾ ਲੱਗਦਾ ਹੈ, ਤੁਹਾਡੀ ਰਜਿਸਟਰੀ ਨਾ ਹੋਈ। ਜਾਂ ਫਿਰ ਤੁਸੀਂ ਕਿਸੇ, ਜੇ ਮੈਂ ਇਹ ਕਹਿ ਕੇ ਜਾਵਾਂ ਹਾਂਜੀ ਮੈਂ ਫਲਾਨੀ ਚੈਨਲ ਦਾ ਪੱਤਰਕਾਰ ਹਾਂ, ਦੂਰਦਰਸ਼ਨ ਤੋਂ ਜੀ ਫਲਾਨਾ ਧਮਕਾ, ਤਾਂ ਮੇਰੀ ਰਜਿਸਟਰੀ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਊਗਾ, ਕਿਉਂਕਿ ਉਹਨੂੰ ਪਤਾ ਹੈ ਵੀ ਇਹਨੇ ਜਾ ਕੇ ਬਾਹਰ ਮੇਰਾ ਕਬਾੜਾ ਕਰ ਦੇਣਾ। ਤਾਂ ਇਸ ਕਰਕੇ ਰਿਸ਼ਵਤਖੋਰੀ ਨੂੰ ਰੋਕਿਆ ਨਹੀਂ ਜਾ ਸਕਦਾ। ਜਿਹੜੇ ਰਾਤ ਨੂੰ ਚੌਂਕਾਂ ਚੁਰਾਹਿਆਂ 'ਚ ਖੜੇ ਹੁੰਦੇ ਨੇ, ਗੱਡੀਆਂ ਰੋਕਦੇ ਨੇ, ਜਿਹੜੀਆਂ ਬੇਆਬਾਦੀਆਂ ਥਾਵਾਂ ਤੇ ਖੜ ਜਾਂਦੇ ਨੇ, ਟਰੱਕਾਂ ਵਾਲਿਆਂ ਨੂੰ ਕਹੀ ਜਾਂਦਾ ਪਾਸੇ 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 ਪਾਸੇ, ਉਹ ਉਸ ਵੇਲੇ ਉਹਨਾਂ ਨੇ ਕਿਹੜਾ ਜੁਰਮ ਕੀਤਾ ਹੁੰਦਾ? ਮਤਲਬ ਇਹ ਜਿਹੜਾ ਢਾਂਚਾ ਹੈ ਨਾ, ਉਹ ਇੰਨਾ ਕੁ ਕਰਪਟ ਹੈਗਾ। ਇਹਦੇ ਵਿੱਚ ਜੇ ਤੁਸੀਂ ਸੋਚੋ ਨਾ ਵੀ ਜੀ ਆਹ ਮੁੱਖ ਮੰਤਰੀ ਆ ਬਹੁਤ ਵਧੀਆ ਹੋਊਗਾ, ਹਨਾ, ਵੀ ਇਹ ਇਮਾਨਦਾਰ ਹੈ। ਸਿਆਸਤ ਦੇ ਵਿੱਚ ਇਮਾਨਦਾਰੀ ਦਾ ਕਮੀ ਕੋਈ ਨਹੀਂਗਾ। ਸਿਆਸਤ ਵਿੱਚ ਇੱਕ ਅੱਧਾ ਬੰਦਾ ਇਮਾਨਦਾਰ ਹੋ ਸਕਦਾ ਹੈ, ਬਹੁਤ ਘੱਟ, ਜਿਹਦਾ ਕੋਈ ਲਹੂ ਦੇ ਵਿੱਚ ਜਿਹਦੀ ਇਮਾਨਦਾਰੀ ਹੈ। ਤੇ ਜਿਹੜਾ ਬੰਦਾ ਕਸ਼ਮਕਸ਼ ਕਰਕੇ ਵਿਧਾਇਕ ਬਣਿਆ, ਨਸ਼ੇ ਵੇਚ ਕੇ ਜਾਂ ਨਸ਼ਿਆਂ ਦੀ ਤਸਕਰੀ 'ਚ ਸ਼ਮੂਲੀਅਤ ਨਾਲ ਉਹਨੇ ਆਪਣੀ ਪੈਂਠ ਬਣਾਈ ਹੈ ਤੇ ਫਿਰ ਸਿਆਸਤ 'ਚ ਆ ਗਿਆ, ਤਾਂ ਉਹ ਬੰਦਾ ਇਮਾਨਦਾਰ ਕਿਵੇਂ ਹੋ ਸਕਦਾ? ਨਾਲੇ ਵਪਾਰੀਆਂ ਤੋਂ ਪੈਸਾ ਬਟੋਰ ਕੇ, ਹੈਨਾ, ਲੋਕਾਂ ਨੂੰ ਚੋਣਾਂ ਦੇ ਵਿੱਚ ਉਗਰ ਲਾਉਣਾ ਹੈ, ਲੋਕਾਂ ਨੂੰ ਬੋਤਲਾਂ ਦੇਣੀਆਂ, ਬਹੁਤ ਤਰ੍ਹਾਂ ਦੇ ਜਿਹੜੇ ਤੋਹਫੇ ਲੋਕਾਂ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਵੋਟ ਸਾਡੇ ਜੇਬ ਵਿੱਚ ਆ ਜਾਵੇ, ਸਾਡੀ ਹੋ ਜਾਵੇ। ਫਿਰ ਕੱਲ ਨੂੰ ਉਹਨਾਂ ਦੀ ਜ਼ੁਬਾਨ ਵੀ ਤਾਂ ਤੁਸੀਂ ਪੂਰੀ ਕਰਨੀ ਹੈ ਨਾ, ਜਿਹੜੇ ਉਹਨਾਂ ਨੇ ਤੁਹਾਡੇ ਤੋਂ ਵਾਅਦੇ ਕਰਵਾਉਣੇ ਨੇ, ਅੰਦਰ ਖਾਤੇ ਕਹਿਣਾ ਕਿ ਮੇਰਾ ਇਹ ਕੰਮ ਕਰ ਦਿਓ ਜੀ, ਮੇਰਾ ਉਹ ਕੰਮ ਕਰ ਦਿਓ। ਸੋ ਭ੍ਰਿਸ਼ਟਾਚਾਰ ਤਾਂ ਮੁੱਕ ਨਹੀਂ ਸਕਦਾ। ਦੂਜੀ ਗੱਲ ਇਹ ਆਉਂਦੀ ਹੈ ਕਿ ਜਿੰਨੇ ਵੀ ਮੁੱਦੇ ਇਸ ਟਾਈਮ ਪੰਜਾਬ ਦੇ ਵਿੱਚ ਬੜੇ ਜ਼ਰੂਰੀ ਬਣੇ ਹੋਏ ਨੇ, ਸਭ ਤੋਂ ਵੱਡਾ ਮੁੱਦਾ ਬਣਿਆ ਰੋਜ਼ਗਾਰ ਦਾ। ਉਹ ਇਸ ਕਰਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਪੰਜਾਬੀ ਨੇ ਨਾ, ਉਹ ਇਹਨਾਂ ਦੀ ਸੋਚ ਇਦਾਂ ਦੀ ਬਣ ਗਈ ਹੈ ਕਿ ਹੁਣ ਇੱਥੇ ਕੰਮਕਾਰ ਨਹੀਂ ਹੈਗਾ, ਅਸੀਂ ਹੁਣ ਬਾਹਰ ਜਾਈਏ, ਹਨਾ। ਸੋ ਇਹ ਕਿਉਂ ਹੋ ਰਿਹਾ? ਕਿਉਂ ਲੋਕ ਇਹ ਸੋਚਦੇ ਆ ਕਿ ਸਿਰਫ ਵਿਦੇਸ਼ਾਂ 'ਚ ਜਾ ਕੇ ਪੈਸਾ ਕਮਾਇਆ ਜਾ ਸਕਦਾ ਹੈ? ਕਿਉਂਕਿ ਸਾਡਾ ਸਿਸਟਮ ਕੁਛ ਇਦਾਂ ਦਾ ਬਣ ਗਿਆ ਕਿ ਲੱਗਦਾ ਹੈ ਕਿ ਸੱਚ ਦੇ ਵਿੱਚ ਇੱਥੇ ਰੋਜ਼ਗਾਰ ਹੈ ਨਹੀਂ। ਔਰ ਕਿਸੇ ਵੀ ਗਵਰਨਮੈਂਟ ਦੀ, ਕਿਸੇ ਵੀ ਪਾਰਟੀ ਦੀ ਹਜੇ ਤੱਕ ਕੋਈ ਇਦਾਂ ਦੀ ਪਾਲਿਸੀ ਵੀ ਨਹੀਂ ਵਧੀਆ ਨਿਕਲੀ ਕਿ ਜਿਹਦੇ 'ਚ ਉਹਨਾਂ ਨੇ ਰੋਜ਼ਗਾਰ ਦੀ ਗੱਲ ਕੀਤੀ ਹੋਵੇ, ਪੜ੍ਹਾਈ ਦੀ ਗੱਲ ਕੀਤੀ ਹੋਵੇ। ਅੱਛਾ, ਜੇ ਪੜ੍ਹਾਈ ਦੀ ਗੱਲ ਵੀ ਕੀਤੀ ਜਾਵੇ ਤਾਂ ਜਿਹੜੀ ਹਾਇਰ ਐਜੂਕੇਸ਼ਨ ਹੈ ਨਾ,
ਉਹ ਵੀ ਮੈਂ ਇਹ ਦੇਖਦੀ ਹਾਂ ਕਿ ਪੰਜਾਬ ਦੇ ਵਿੱਚ ਜੇ ਕਿਸੇ ਬੱਚੇ ਨੇ ਹਾਇਰ ਐਜੂਕੇਸ਼ਨ ਲੈਣੀ, ਉਹ ਬਹੁਤ ਮਹਿੰਗੀ ਹੈ ਪਹਿਲਾਂ, ਠੀਕ ਹੈ, ਪਹਿਲਾਂ ਤਾਂ ਸਭ ਤੋਂ ਜ਼ਿਆਦਾ ਕਾਸਟਲੀ ਹੈ। ਦੂਜੀਆਂ ਸਟੇਟਾਂ ਦੇ ਮੁਕਾਬਲੇ ਜੇ ਆਪਾਂ ਕੰਪੇਅਰ ਕਰੀਏ, ਪੰਜਾਬ 'ਚ ਬਹੁਤ ਪੈਸਾ ਲੱਗਦਾ ਹੈ ਸਿਰਫ ਹਾਇਰ ਐਜੂਕੇਸ਼ਨ ਵਾਸਤੇ। ਉਸ ਤੋਂ ਇਲਾਵਾ ਪੰਜਾਬ ਦੀ ਅਗਰ ਕੋਈ ਪੜ੍ਹਾਈ ਬੱਚਾ ਕਰ ਵੀ ਲੈਂਦਾ, ਉਹਨੂੰ ਉਹਦੀ ਪੜ੍ਹਾਈ ਦੀ ਨੌਕਰੀ ਨਹੀਂ ਇੱਥੇ ਮਿਲਦੀ, ਉਹਨੂੰ ਦੂਜੀਆਂ ਸਟੇਟਾਂ 'ਚ ਜਾਣਾ ਪੈਂਦਾ ਨੌਕਰੀਆਂ ਵਾਸਤੇ। ਸੋ ਇਹ ਵੀ ਇੱਕ ਕਿਹਾ ਜਾਵੇ ਕਿ ਬੜਾ ਹੁਣ ਆਉਣ ਵਾਲੇ ਸਮੇਂ ਦੇ ਲਈ ਇੱਕ ਇਸ਼ੂ ਬਣ ਰਿਹਾ ਹੈ ਕਿ ਫਿਰ ਇਸ ਤਰ੍ਹਾਂ ਦਾ ਪੰਜਾਬ 'ਚ ਪੰਜਾਬੀ ਰਹਿਣਗੇ ਹੀ ਨਹੀਂ। ਬਿਲਕੁਲ, ਬਹੁਤ ਸਾਰੇ ਤੁਸੀਂ ਆ ਜਲੰਧਰ ਹੀ ਲੈ ਲਓ, ਹੂੰ ਦੁਆਬਾ ਲੈ ਲਓ, ਇੱਥੇ ਇੱਕ ਤਾਂ ਪੱਖ ਇਹ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਹਰ ਚਲੇ ਗਏ। ਹੂੰ ਹੁਣ ਜਦੋਂ ਉੱਥੇ ਚਲੇ ਗਏ, ਉੱਥੇ ਜਾ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੋ ਬੇੜੀਆਂ 'ਚ ਸਵਾਰ ਹੋ ਗਏ। ਦੋ ਬੇੜੀਆਂ ਦੇ ਸਵਾਰ ਕਿਉਂ ਹੋ ਗਏ? ਇਹ ਉਹਨਾਂ ਦੀ ਮਜਬੂਰੀ ਹੈ। ਜਦੋਂ ਉੱਥੇ ਗਏ, ਬੱਚੇ ਵੀ ਚਲੇ ਗਏ, ਮਾਂ-ਬਾਪ ਵੀ ਚਲੇ ਗਏ, ਰਿਸ਼ਤੇਦਾਰ ਵੀ ਆ ਗਏ। ਫਿਰ ਪੰਜਾਬ ਦਾ ਮੋਹ, ਪਿੰਡ ਦਾ ਮੋਹ, ਘਰ ਦਾ ਮੋਹ, ਫਿਰ ਉਹ ਵਿਚਾਰੇ ਉੱਥੇ ਪਹਿਲਾਂ ਤਾਂ ਯਾਦ ਕਰਦੇ ਰਹਿੰਦੇ ਆ। ਬਿਲਕੁਲ ਠੀਕ ਹੈ, ਉੱਥੇ ਜਾ ਕੇ ਉਹ ਪੰਜਾਬ ਦੇ ਗਾਣੇ ਵੀ ਸੁਣਦੇ ਆ, ਮਹਿਫਲਾਂ ਵੀ ਲਾਉਂਦੇ ਨੇ, ਉਦਾਸ ਹੋ ਕੇ ਗੀਤ ਵੀ ਗਾਉਂਦੇ ਨੇ। ਠੀਕ ਹੈ, ਫਿਰ ਕੀ ਕਰਦੇ ਆ? ਫਿਰ ਉਹ ਇੱਥੇ ਆਉਂਦੇ ਨੇ। ਹੁਣ ਜਦੋਂ ਇੱਥੇ ਆਉਂਦੇ ਨੇ, ਉਹਨੂੰ ਇੰਨੇ ਸਾਲ ਗਏ ਹੁੰਦੇ, ਕੋਈ ਜਾਣਦਾ ਨਹੀਂ ਹੁੰਦਾ। ਫਿਰ ਉਹ ਇੱਕ ਕੰਮ ਕਰਦੇ ਆ, ਗੁਰਦੁਆਰੇ 'ਚ ਆ ਕੇ ਪਹਿਲਾਂ ਤਾਂ 10,000 ਰੁਪਈਆ ਗੁਰਦੁਆਰੇ ਨੂੰ ਦਿੰਦੇ ਆ, ਔਰ ਫਿਰ ਗੁਰਦੁਆਰੇ ਦੇ ਵਿੱਚ ਕੋਈ ਏਅਰ ਕੰਡੀਸ਼ਨ ਦੇਣਾ ਉਹ ਦੇਤਾ, ਉੱਥੋਂ ਦੇ ਸਕੂਲ ਦੇ ਵਿੱਚ ਕੂਲਰ ਰਖਵਾਤਾ, ਉੱਥੇ ਪੱਖੇ ਲਵਾਤੇ, ਪੱਖਿਆਂ ਦੇ ਉੱਤੇ ਆਪਣੇ ਸਾਰੇ ਮਤਲਬ ਕੁਰਸੀਨਾਮਾ ਲਿਖਾਤਾ। ਮੈਂ ਸਮਝਦਾ ਹੁੰਨਾ ਵੀ ਉਹਦੇ ਤੇ ਪੱਖਿਆਂ ਤੇ ਇੰਨੇ ਨਾਂ ਲਿਖੇ ਹੁੰਦੇ ਨੇ ਵੀ ਇਹ ਚੱਲੂ ਕਿਵੇਂ ਜੀ, ਇਹ ਤੇ ਇੰਨੇ ਜਾਣੇ ਬੈਠੇ ਆ ਜੀ। ਠੀਕ, ਉਹ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਬਈ ਅਸੀਂ ਇੱਥੋਂ ਦੇ ਹੀ ਹਾਂ, ਔਰ ਸਾਨੂੰ ਉਹ ਆਪਣੀ ਜਿਹੜੀ ਗੁੰਮਨਾਮੀ ਹੁੰਦੀ ਆ ਉਹਨੂੰ ਦੂਰ ਕਰਦੇ ਆ। ਫਿਰ ਉਹ ਗਰੀਬ ਕੁੜੀਆਂ ਦੇ ਵਿਆਹ ਕਰਦੇ ਨੇ, ਫਿਰ ਉਹ ਅਖਬਾਰਾਂ 'ਚ ਪੱਤਰਕਾਰਾਂ ਦੀਆਂ ਮਿੰਨਤਾਂ ਕਰਦੇ ਵੀ ਇਹਦੀ ਸਾਡੀਆਂ ਫੋਟੋਆਂ ਲਾ ਦਿਓ। ਜਿਹਨੂੰ 10,000 ਰੁਪਈਆ ਦਿੰਦੇ ਨੇ, ਉਹਦੇ ਕੋਲੇ ਖੜ ਕੇ ਫਿਰ ਤਸਵੀਰਾਂ ਖਿਚਾਉਂਦੇ ਨੇ ਕਿ ਜੀ ਅਸੀਂ ਆਹ ਬਹੁਤ ਵੱਡਾ ਧਰਮ ਕਰਮ ਦਾ ਕੰਮ ਕਰਤਾ। ਤਾਂ ਇੱਥੇ ਆ ਕੇ ਉਹ ਪੈਸੇ ਪੂਸੇ ਐਂ ਕਰਕੇ ਫਿਰ ਵਾਪਸ ਚਲੇ ਜਾਂਦੇ ਆ। ਤੇ ਜਿਹੜੇ ਮਤਲਬ ਵਿਚਾਰੇ ਮਾਜ਼ੂਰ ਲੋਕ ਹੁੰਦੇ ਆ, ਉਹ ਕਹਿੰਦੇ ਜੀ ਤੁਸੀਂ ਬਹੁਤ ਨੇਕ ਕੰਮ ਕੀਤਾ, ਤੁਹਾਡੇ ਵਰਗਾ ਬੰਦਾ ਤਾਂ ਕਿਤੇ ਆਇਆ ਹੀ ਨਹੀਂਗਾ, ਚੰਗਾ ਹੈ ਤੁਸੀਂ ਆਪਣੇ ਪਿੰਡ ਨੂੰ ਯਾਦ ਰੱਖਿਆ। ਉੱਥੇ ਜਾਂਦੇ ਨੇ, ਫਿਰ ਉੱਥੇ ਉਹੀ ਮਿਹਨਤ ਮੁਸ਼ੱਕਤ ਦੀ ਚੱਕੀ ਜਿਹੜੀ ਤਿਆਰ ਹੁੰਦੀ ਹੈ ਉਹਦੇ 'ਚ ਫਸ ਜਾਂਦੇ ਆ। ਕ੍ਰੈਡਿਟ ਲਾਈਨਾਂ ਜਿਹੜੀਆਂ ਖਾਲੀ ਹੁੰਦੀਆਂ ਫਿਰ ਉਹ ਪੂਰੀਆਂ ਕਰਨੀਆਂ ਹੁੰਦੀਆਂ ਨੇ। ਤਾਂ ਉਹ ਸਾਰਾ ਕੁਛ ਹੈ। ਲੇਕਿਨ ਗੱਲ ਇਹ ਹੈ ਕਿ ਆਪਣਾ ਵਤਨ ਹੀ ਹੁੰਦਾ। ਠੀਕ ਹੈ, ਬਾਹਰ ਤੁਸੀਂ ਜਿੱਡੇ ਮਰਜ਼ੀ ਕੋਸ਼ਿਸ਼ ਕਰ ਲਓ ਅੰਗਰੇਜ਼ ਬਣਨ ਦੀ, ਉਹਨਾਂ ਦਾ ਜਿਹੜਾ ਸੱਭਿਆਚਾਰ ਹੈ, ਜਦ ਤੱਕ ਤੁਸੀਂ ਪੂਰੀ ਤਰ੍ਹਾਂ ਅਪਣਾਉਂਦੇ ਨਹੀਂ ਤੇ ਇੱਧਰ ਦਾ ਮੋਹ ਨਹੀਂ ਛੱਡਦੇ, ਉਨੀ ਦੇਰ ਤੱਕ ਇਹ ਤਰਾਸਦੀ ਆ ਨਾ ਜਿਹੜੀ ਮਨ ਦੀ, ਕਿ ਉੱਥੇ ਜਾਂਦੇ ਆ ਉੱਥੇ ਚੈਨ ਨਹੀਂ, ਇੱਥੇ ਆਉਣੇ ਆ ਇੱਥੇ ਚੈਨ ਨਹੀਂ। ਇੱਥੇ ਆ ਕੇ ਲੱਗਦਾ 4 ਦਿਨ ਵੀ ਹਾਂ ਹੁਣ ਜਿਹੜੇ ਲਿਆਂਦੇ ਸੀ ਕੱਪੜੇ ਕੁਪੜੇ ਉਹ ਤਾਂ ਰਿਸ਼ਤੇਦਾਰਾਂ ਨੂੰ ਦੇਤੇ, ਤੇ ਰਿਸ਼ਤੇਦਾਰ ਵੀ ਟੈਚੀਆਂ ਵੱਲ ਹੀ ਵੇਖਦੇ ਹੁੰਦੇ ਨੇ, ਤੇ ਜਦੋਂ ਖਾਲੀ ਹੁੰਦੇ ਆ ਰਿਸ਼ਤੇਦਾਰ ਉਦੋਂ ਫਿਰ ਪਾਣੀ ਵੀ ਨਹੀਂ ਪੁੱਛਦੇ। ਤਾਂ ਇਸ ਤਰ੍ਹਾਂ ਦਾ ਮਾਹੌਲ ਹੋ ਜਾਂਦਾ। ਸੋ ਇਹ ਇੱਕ ਨੈਸੈਸਰੀ ਈਵਲ ਹੈ, ਇਸ ਬੁਰਾਈ ਤੋਂ ਛੁਟਕਾਰਾ ਨਹੀਂ ਹੈ। ਜਾਣਾ ਵੀ ਉਧਰ ਜਾਣਾ ਕਿਉਂ ਹੈ? ਕਿਉਂਕਿ ਇੱਥੇ ਕੁਛ ਨਹੀਂਗਾ ਤੇ ਉੱਥੇ ਜਾ ਕੇ ਬਾਕੀ ਸਾਰਾ ਕੁਛ ਹੈਗਾ, ਪਰ ਜਿਹੜਾ ਇੱਥੋਂ ਦੀ ਮਿੱਟੀ ਦੀ ਖੁਸ਼ਬੂ ਹੈ, ਆਪਣਾ ਬਚਪਨ ਹੈ ਜਿਹੜਾ ਆਪਣਾ, ਮੈਂ ਤੁਹਾਨੂੰ ਦੱਸਾਂ, ਮੇਰੀ ਪਤਨੀ ਮੈਨੂੰ ਕਹਿੰਦੀ ਕਿ ਤੂੰ ਤਾਂ ਬਹੁਤ ਵਾਰੀ ਜਾ ਆਇਆ, ਜਹਾਜ਼ ਤੇ ਚੜ ਗਿਆ, ਮੈਂ ਜਹਾਜ਼ ਦੀ ਪੂਛ ਤੱਕ ਨਹੀਂ ਵੇਖੀ ਹੈ ਜੀ। ਤੇ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ, ਜਦੋਂ ਕਿਤੇ 4 ਪੈਸੇ ਆਪਾਂ ਚੱਲਾਂਗੇ। ਸੇਵਾ ਮੁਕਤੀ ਤੋਂ ਬਾਅਦ ਦੂਰਦਰਸ਼ਨ ਤੋਂ ਤੇ ਮੈਂ ਪ੍ਰੋਗਰਾਮ ਬਣਾ ਲਿਆ। ਉਦੋਂ ਕੁਝ ਜ਼ਿੰਮੇਵਾਰੀਆਂ ਤੋਂ ਵੀ ਮੈਂ ਸੁਰਖਰੂ ਹੋ ਗਿਆ ਸੀਗਾ। ਪਹਿਲਾਂ ਅਸੀਂ ਬਰਤਾਨੀਆ ਗਏ, 15-20 ਦਿਨ ਬਰਤਾਨੀਆ ਰਹੇ, ਫਿਰ ਉੱਥੋਂ ਅਸੀਂ ਜਹਾਜ਼ ਚੜੇ, ਫਿਰ ਕੈਨੇਡਾ ਚਲੇ ਗਏ, ਕੈਨੇਡਾ ਗਏ, ਉੱਥੋਂ ਫਿਰ ਅਸੀਂ ਅਮਰੀਕਾ ਚਲੇ ਗਏ, ਅਮਰੀਕਾ ਦੇ ਵਿੱਚ ਵੀ ਕਈ ਸਟੇਟਾਂ ਚਲੇ ਗਏ, ਓਹਾਈਓ ਚਲੇ ਗਏ, ਕੈਲੀਫੋਰਨੀਆ ਚਲੇ ਗਏ, ਟੈਕਸਸ ਚਲੇ ਗਏ, ਐਵੇਂ ਘੁੰਮਦੇ ਰਹੇ। ਇਹ ਜਹਾਜ਼ ਤੇ ਚੜ ਤੰਗ ਹੋ ਗਈ। ਫਿਰ ਜਦੋਂ ਅਸੀਂ ਉੱਥੇ ਕਿਸੇ ਦੇ ਘਰ ਜਾਇਆ ਕਰੀਏ, ਅਗਲੇ ਕੰਮ ਕਰਦੇ ਚਲਾਇਆ ਜਾ ਕਰਨ, ਅਸੀਂ ਸੜਕ ਤੇ ਚੱਕਰ ਕੱਢਿਆ ਕਰੇ, ਬੰਦਾ ਨਾ ਦਿਸਿਆ ਕਰੇ, ਕੋਈ ਪਰਿੰਦਾ ਨਾ ਦਿਸਿਆ ਕਰੇ, ਯਾਨੀ ਕਹਿੰਦੀ ਕਹੇ ਜਾ ਮਤਲਬ ਇੱਥੇ ਮੁਰਦੇ ਹਾਣ ਦੀ ਛਾਈ ਹੈ, ਕੋਈ ਬੰਦਾ ਹੀ ਨਹੀਂ ਦਿਸਦਾ। ਠੀਕ ਹੈ, ਜਦੋਂ ਇੱਥੇ ਅਸੀਂ ਉਤਰੇ ਵਾਪਸ ਆ ਕੇ, ਮੈਨੂੰ ਹੌਲੀ ਦਿਨੇ ਕਹਿੰਦੀ ਮੇਰਾ ਜੀਅ ਕਰਦਾ ਜਿਹੜੇ ਭਈਏ ਫਿਰਦੇ ਨਾ ਗੰਦੇ ਗੰਦੇ ਜੀ, ਇਹਨਾਂ ਨੂੰ ਮੈਂ ਘੁੱਟ ਕੇ ਜੱਫੀਆਂ ਪਾ ਲਾਂ। ਤਾਂ ਸਾਡੀ ਮਾਨਸਿਕਤਾ ਹੈ ਨਾ ਜਿਹੜੀ, ਜਿਸ ਥਾਂ ਤੇ ਅਸੀਂ ਜੰਮੇ ਜਾਏ ਆ, ਜਿਹੜੇ ਰੂੜੀਆਂ ਵਾਲੇ ਪਿੰਡ ਅਸੀਂ ਵੇਖੇ ਨੇ, ਠੀਕ ਹੈ, ਜਿਹੜੇ ਖਾਲਿਆਂ 'ਚ ਟੋਭਿਆਂ 'ਚ ਸੋਇਆਂ 'ਚ ਅਸੀਂ ਨਹਾਤੇ ਆ, ਜਿਹੜੇ ਛੱਪਰਾਂ 'ਚ ਅਸੀਂ ਮੈਸਾਂ ਦੀਆਂ ਪੂਛਾਂ ਫੜਫੜ ਤੈ ਰਹੇ ਆ, ਇਹ ਸਾਰਾ ਕੁਝ ਅਸੀਂ ਕਿਵੇਂ ਲਾ ਦੇਾਂਗੇ? ਬਿਲਕੁਲ ਜੀ, ਨਹੀਂ ਭੁੱਲਿਆ ਜਾਂਦਾ। ਸੋ ਸਾਡੇ ਕਹਿੰਦੇ ਕਿ ਰਚ ਮਿਚ ਜਾਂਦਾ ਸਾਡਾ, ਜਿਹੜਾ ਆਪਣੀ ਪਰਵਰਿਸ਼ ਹੁੰਦੀ ਹੈ, ਆਪਣੀ ਜਗ੍ਹਾ ਹੁੰਦੀ ਹੈ, ਆਪਣੀ ਜ਼ਮੀਨ ਹੁੰਦੀ ਹੈ। ਸੋ ਮੈਂ ਵੀ ਕਈ ਵਾਰੀ ਗੱਲਬਾਤ ਕੀਤੀ ਹੈ ਤੇ ਇਹੀ ਕਹਿੰਦੇ ਹੁੰਦੇ, ਜਿਹੜੀ ਆਪਣੀ ਮਿੱਟੀ ਦੀ ਖੁਸ਼ਬੂ ਹੈ ਨਾ, ਅਸੀਂ ਉਹਦੇ ਲਈ ਤਰਸਦੇ ਹਾਂ। ਉੱਥੇ ਤਾਂ ਬਾਹਰ ਮਿੱਟੀ ਦੀ ਖੁਸ਼ਬੂ ਵੀ ਨਹੀਂ ਹੈ, ਉਹ ਹੋਰ ਹੀ ਤਰ੍ਹਾਂ ਦੀ, ਮਤਲਬ ਨਾ ਸਾਨੂੰ ਲੱਗਦੀ ਸੀ ਕਿ ਯਾਰ
ਫਰਟਾਈਲ ਹੈ, ਬਹੁਤ ਉਪਜਾਊ ਜ਼ਮੀਨ ਹੈ, ਬੜੀ ਜ਼ਰਖੇਜ਼ ਹੈ। ਮਤਲਬ ਕੈਲੀਫੋਰਨੀਆ 'ਚ ਉੱਥੇ ਆਲੂ ਵੀ ਹੋਈ ਜਾਂਦੇ, ਉੱਥੇ ਸੇਬ ਵੀ ਹੋਈ ਜਾਂਦੇ, ਉੱਥੇ ਸੌਗੀ ਵੀ ਹੋਈ ਜਾਂਦਾ, ਸਾਰਾ ਕੁਝ ਹੀ ਹੋਈ ਜਾਂਦਾ। ਪਰ ਗੱਲ ਇਹ ਹੈ ਟਮਾਟਰ ਵੀ ਹੋਈ ਜਾਂਦੇ ਹਨਾ। ਪਰ ਗੱਲ ਇਹ ਹੈ ਕਿ ਇੱਥੋਂ ਵਰਗੀ ਭੋਏ ਹਨਾ, ਇੱਥੋਂ ਵਰਗਾ ਤਾਰਾ ਮੀਰਾ, ਇੱਥੋਂ ਵਰਗੀ ਸਰੋਂ, ਇੱਥੋਂ ਵਰਗੀ ਗੋਭੀ, ਇੱਥੋਂ ਵਰਗੀ ਮੇਥੀ, ਇਹ ਸਾਰਾ ਕੁਝ ਜਿਹੜਾ ਨਾ ਇਹ ਸਵਾਦ ਬਾਹਰ ਲੱਭਿਆ ਹੀ ਨਹੀਂਗਾ। ਨਹੀਂ ਲੱਭਿਆ ਜੀ। ਸੋ ਹੁਣ ਗੱਲ ਕਰਦੇ ਹਾਂ ਥੋੜੀ ਜੀ ਸਮਾਜ ਦੀ, ਸਮਾਜਿਕ ਗੱਲ ਕਰਦੇ ਹਾਂ ਬਲਜੀਤ ਜੀ, ਕਿਉਂਕਿ ਅਸੀਂ ਰਹਿੰਦੇ ਤਾਂ ਸਮਾਜ ਦੇ ਵਿੱਚ ਆ। ਬਿਲਕੁਲ, ਅਸੀਂ ਸਮਾਜ ਦਾ ਹੀ ਅੰਗ ਆ। ਤੇ ਕਹਿੰਦੇ ਨੇ ਕਿ ਜਿਹੜਾ ਬੰਦਾ ਹੁੰਦਾ ਨਾ ਉਹ ਇੱਕ ਸਮਾਜਿਕ ਜਾਨਵਰ ਕਿਹਾ ਜਾਂਦਾ ਹੈ ਨਾ, ਕਿ ਸਮਾਜ ਤੋਂ ਅੱਡ ਕਰ ਦੋਗੇ ਤੇ ਬੰਦਾ ਜ਼ਿੰਦਗੀ ਜਿਹੜੀ ਹੈ ਨਹੀਂ ਜੀ ਸਕਦਾ। ਤੇ ਇਹ ਵੀ ਕਿਹਾ ਜਾਂਦਾ ਜਿਹੜਾ ਬੰਦਾ ਸਮਾਜ ਦੇ ਵਿੱਚ ਰਹਿੰਦਾ ਨਹੀਂ, ਆਪਣੇ ਆਪ ਨੂੰ ਇਕਾਂਤ 'ਚ ਰੱਖਦਾ, ਉਹਨੂੰ ਇਨਸਾਨ ਨਹੀਂ ਕਿਹਾ ਜਾਂਦਾ। ਸੋ ਬਹੁਤ ਸਾਰੀਆਂ ਸੋਸ਼ੀਓਲੋਜੀ ਦੀਆਂ ਕਿਤਾਬਾਂ ਦੇ ਵਿੱਚ ਵੀ ਇਹ ਲਿਖਿਆ ਹੁੰਦਾ। ਹਾਂ ਬਿਲਕੁਲ ਜੀ, ਬਿਲਕੁਲ। ਸੋ ਪਰਿਵਾਰ ਜਦੋਂ ਬਣਦੇ ਨੇ, ਪਰਿਵਾਰਾਂ ਤੋਂ ਬਾਅਦ ਸਮਾਜ ਬਣਦੇ ਨੇ ਹੈ ਨਾ, ਤੇ ਬੜੀ ਇੱਕ ਰੀਤ ਹੁੰਦੀ ਹੈ ਕਿ ਪਰਿਵਾਰ ਜਿਹੜੇ ਹੁੰਦੇ ਆ ਉਹਨਾਂ ਨੂੰ ਜੋੜਨ ਦੇ ਲਈ ਵਿਆਹ ਕੀਤੇ ਜਾਂਦੇ ਨੇ ਹੈ ਨਾ। ਦੋ ਪਰਿਵਾਰ ਮਿਲ ਕੇ ਇੱਕ ਪਰਿਵਾਰ ਬਣਦਾ ਹੈ, ਫਿਰ ਅੱਗੇ ਉਹਦੀ ਬੱਚੇ ਹੁੰਦੇ ਨੇ। ਸੋ ਇਹ ਬੜੀ ਪੁਰਾਣੀ ਕਹਿ ਲਓ ਕਿ ਸਾਡਾ ਚੱਲ ਰਿਹਾ ਸਿਸਟਮ, ਹਰ ਪਾਸੇ ਹੀ ਇਹੀ ਹੈ। ਸੋ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਮੀਆਂ ਬੀਵੀ ਦਾ ਜਿਹੜਾ ਰਿਸ਼ਤਾ ਆ ਨਾ ਉਹ ਬੜਾ ਹੀ ਪਾਕ ਪਵਿੱਤਰ ਰਿਸ਼ਤਾ ਹੈ ਨਾ। ਇਹਨਾਂ ਦੋਨਾਂ ਦੀ ਜਿਹੜੇ ਵਿਚਾਰ ਹੁੰਦੇ ਨੇ ਸਾਂਝੇ ਹੁੰਦੇ ਨੇ, ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਹੁੰਦੇ ਨੇ। ਸੋ ਜੇ ਕਹੀਏ ਕਿ ਇੱਕ ਗੱਡੀ ਦੇ ਪਹੀਏ ਨੇ ਬਰਾਬਰ ਬਰਾਬਰ ਸਹੀ ਸਹੀ ਚੱਲਦੇ ਨੇ ਤਾਂ ਗੱਡੀ ਬਹੁਤ ਸੋਹਣੀ ਚੱਲਦੀ ਹੈ। ਜੇਕਰ ਇੱਕ ਪਹੀਆ ਸੁਸਤ ਹੋ ਗਿਆ ਤੇ ਗੱਡੀ ਜਿਹੜੀ ਹੈ ਹਿੱਲ ਮਿਲ ਕਰਨੀ ਸ਼ੁਰੂ ਕਰ ਦਿੰਦੀ ਹੈ। ਸੋ ਪੁਰਾਣੇ ਵਕਤ ਦੇ ਵਿੱਚ ਤਾਂ ਜਿਹੜੇ ਰਿਸ਼ਤੇ ਹੁੰਦੇ ਸੀ ਬੜੇ ਹੀ ਸੱਚ ਜਾਣਿਓ ਕਿ ਵਧੀਆ ਮੰਨੇ ਜਾਂਦੇ ਸੀ। ਹਸਬੈਂਡ ਵਾਈਫ ਜਦੋਂ ਬਜ਼ੁਰਗ ਵੀ ਹੋ ਜਾਂਦੇ ਸੀ ਤੇ ਬੱਚੇ ਉਹਨਾਂ ਦੇ ਸੈਟਲ ਹੋ ਜਾਂਦੇ ਸੀ, ਬੜਾ ਉਹਨਾਂ ਦੇ ਵਿੱਚ ਪ੍ਰੇਮ ਮੁਹੱਬਤ ਹੁੰਦਾ ਸੀ, ਵੱਡੇ ਪਰਿਵਾਰ ਹੁੰਦੇ ਸੀ। ਹਾਂ ਅੱਜ ਕੱਲ ਕੀ ਹੋ ਗਿਆ, ਅੱਜ ਕੱਲ ਹਜੇ ਵਿਆਹ ਹੋਏ ਨੂੰ 6 ਮਹੀਨੇ ਵੀ ਨਹੀਂ ਹੋਏ ਹੁੰਦੇ ਤੇ ਜਿਹੜੀ ਕੁੜੀ ਹੈ ਉਹ ਪੇਕਿਆਂ 'ਚ ਆ ਜਾਂਦੀ ਹੈ, ਕਹਿ ਦਿੰਦੀ ਹੈ ਮੈਨੂੰ ਉੱਥੇ ਆ ਨਹੀਂ ਚੰਗਾ ਲੱਗਾ, ਮੈਨੂੰ ਉੱਥੇ ਆ ਨਹੀਂ ਚੰਗਾ ਲੱਗਾ, ਮੈਨੂੰ ਮੇਰੇ ਘਰ ਵਾਲੇ ਦੀ ਆਹ ਆਦਤ ਨਹੀਂ ਪਸੰਦ, ਮੈਨੂੰ ਉਹ ਨਹੀਂ ਪਸੰਦ। ਜਾਂ ਕਈ ਵਾਰੀ ਮੁੰਡਾ ਹੀ ਕਹਿ ਦਿੰਦਾ ਹੈ ਕਿ ਮੈਨੂੰ ਇਹ ਆਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਹੈ ਨਾ। ਸੋ ਬਹੁਤ ਛੇਤੀ ਤਲਾਕ ਹੋਣੇ ਲੱਗ ਗਏ ਨੇ। ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ, ਇਹਦਾ ਕੀ ਕਾਰਨ ਹੈ? ਦੇਖੋ, ਹੌਲੀ ਹੌਲੀ ਸਮਾਜ ਦੇ ਵਿੱਚ ਨਾ ਪੱਛਮ ਦੇ ਵਿੱਚ ਤਾਂ ਇਹ ਹੋ ਗਿਆ ਕਿ ਜਿਹੜਾ ਵਿਆਹ ਸੰਸਕਾਰ ਨੇ ਨਾ, ਬਹੁਤ ਸਾਰੇ ਲੋਕ ਉੱਥੇ ਮੰਨਦੇ ਕਿ ਸਟੇਲ ਹੋ ਗਏ ਨੇ, ਬੇਹੇ ਹੋ ਗਏ ਨੇ। ਵਕਤ ਨਾਲ ਇਹ ਆਪਣਾ ਜਿਹੜਾ ਪਹਿਲਾਂ ਵਾਲਾ ਸਰੂਪ ਸੀਗਾ ਉਹਨੂੰ ਖੋ ਚੁੱਕੇ ਨੇ। ਔਰ ਇਹ ਜਿਹੜੀ ਤਰੱਕੀ, ਵਿਗਿਆਨਕ ਤਰੱਕੀ ਹੈ ਜਾਂ ਪਦਾਰਥਕ ਉન્નਤੀ ਹੈ, ਤੇ ਬੰਦੇ ਦੀਆਂ ਖਵਾਹਿਸ਼ਾਤ ਨੇ, ਜਿਹੜੀਆਂ ਤਮੰਨਾਵਾਂ ਨੇ, ਆਰਜ਼ੂਆਂ ਨੇ, ਉਹ ਸਾਰੀਆਂ ਕਾਹਦੇ ਦੁਆਲੇ ਕੇਂਦਰਿਤ ਹੋ ਗਈਆਂ? ਪੈਸੇ ਦੁਆਲੇ। ਠੀਕ ਹੈ। ਪਹਿਲਾਂ ਇਹ ਹੁੰਦਾ ਸੀ, ਤੁਸੀਂ ਵੇਖਿਆ ਹੋਣਾ, ਅਸੀਂ ਉਹ ਜ਼ਮਾਨਾ ਵੀ ਵੇਖਿਆ ਵੀ ਤੱਪੜਾਂ ਤੇ ਬੜੇ ਅਸੀਂ ਔਰ ਫੱਟੀ ਲਿਖਦੇ ਹੁੰਦੇ ਸੀ। ਸਭ ਤੋਂ ਪਹਿਲਾਂ ਟੀਚਰ ਜਿਹੜਾ ਹੁੰਦਾ ਸੀਗਾ ਉਹ ਸਾਰੇ ਵਿਦਿਆਰਥੀਆਂ ਦੇ ਅੱਗੇ ਅੱਗੇ ਜਿਹੜੀ ਅਸੀਂ ਘਰੋਂ ਮਿੱਟੀ ਲਿਆਉਂਦੇ ਸੀ ਬਰੇਤੀ, ਉਹ ਵਿਛਾ ਦਿੰਦੇ ਸੀ। ਫਿਰ ਇੱਕ ਜਣਾ ਉੱਤੇ ਪਾਣੀ ਛਿੜਕ ਦਿੰਦਾ ਸੀ, ਦੂਜਾ ਮਤਲਬ ਉਹਨੂੰ ਅਸੀਂ ਪੱਧਰ ਕਰੀ ਜਾਂਦੇ ਸੀਗੇ, ਆਪਣੀਆਂ ਫੱਟੀਆਂ ਨਾਲ ਐਂ ਕਰ ਦਿੰਦੇ ਸੀ। ਫਿਰ ਮਾਸਟਰ ਆਉਂਦਾ ਸੀ, ਫਿਰ ਉਹ ਹੱਥ ਫੜਦਾ ਸੀਗਾ, ਫਿਰ ਉਹ ਕਹਿੰਦਾ ਸੀ ਕੁੰਗਲ ਅੱਗੇ ਕਰ, ਫਿਰ ਉਹ ਊੜਾ ਪਾਉਂਦਾ ਸੀਗਾ। ਤੇ ਬਹੁਤ ਬੱਚੇ ਸੀ ਜਿਹੜੇ ਪਹਿਲਾਂ ਪੁੱਠਾ ਊੜਾ ਪਾਉਂਦੇ ਸੀ ਜੀ। ਉਹ ਜ਼ਮਾਨਾ ਸੀ। ਠੀਕ ਹੈ। ਸੋ ਬੜੇ ਸਬਰ ਸੰਤੋਖ ਵਾਲਾ ਜ਼ਮਾਨਾ ਸੀ। ਤਕਰੀਬਨ ਸਾਰੇ ਘਰਾਂ ਦੇ ਵਿੱਚ ਹੀ ਮਤਲਬ ਰਾਤ ਨੂੰ ਦਾਲ ਬਣਦੀ ਸੀ, ਦਿਨੇ ਸਬਜ਼ੀ ਬਣਦੀ ਸੀ। ਸਾਗ ਦੀ ਜਦੋਂ ਰੁੱਤ ਹੁੰਦੀ ਸੀ, ਸਾਗ ਤੇ ਮੱਕੀ ਦੀ ਰੋਟੀ ਇਹ ਮੁੱਕਦੀ ਨਹੀਂ ਹੁੰਦੀ ਸੀ। ਠੀਕ ਹੈ। ਦੁੱਧ ਦੱਧ, ਇਹ ਲੱਸੀਆਂ ਲੁੱਸੀਆਂ, ਇਹ ਸਾਰਾ ਕੁਝ ਬੜਾ ਪਿਓਰ ਹੁੰਦਾ ਸੀਗਾ। ਖਵਾਹਿਸ਼ਾਤ ਬਹੁਤੀਆਂ ਨਹੀਂ ਹੁੰਦੀਆਂ ਸੀ। ਬਾਣ ਦੇ ਮੰਜੇ ਹੁੰਦੇ ਸੀ। ਠੀਕ ਹੈ। ਕਿਸੇ ਟਾਵੇਂ ਟਾਵੇਂ ਘਰੇ ਰੇਡੀਓ ਹੁੰਦਾ ਸੀ, ਔਰ ਕਈਆਂ ਦੇ ਘਰੇ ਤਾਂ ਉਹ ਹਿਲਾਉਣ ਵਾਲੇ ਛੱਤ ਵਾਲੇ ਪੱਖੇ ਹੁੰਦੇ ਸੀ, ਟੋਬੇ ਹੁੰਦੇ ਸੀ, ਮੈਸਾਂ ਹੁੰਦੀਆਂ, ਨਵਾਉਣ ਜਾਂਦੇ ਸੀ। ਉਦੋਂ ਜਦੋਂ ਸਾਉਣ ਦਾ ਮਹੀਨਾ ਆਉਂਦਾ ਸੀ, ਚੀਜ਼ ਬਹੁਤੀਆਂ ਦਿਸਦੀਆਂ ਸੀ। ਠੀਕ ਹੈ। ਅਸੀਂ ਡਾਂਗਾ ਲੈ ਕੇ, ਕਈ ਵਾਰੀ ਰਾਤ ਨੂੰ ਬੱਚੇ ਸੀ ਜਿਹੜੇ ਛਟੀਆਂ ਲੈ ਕੇ ਤੇ ਚਮਗਿੱਦੜਾਂ ਦੇ ਮਗਰ ਪਏ ਰਹਿੰਦੇ ਸੀ। ਇਸ ਤਰ੍ਹਾਂ ਦੀ ਨੂਣ ਕਿਆਰੇ, ਸ਼ੱਕਰ ਭੁੱਜੀ, ਕੋਟਲਾ ਛਪਾਕੀ, ਬੱਚਿਆਂ ਦੀਆਂ ਇਹ ਜਿਹੀਆਂ ਖੇਡਾਂ ਹੁੰਦੀਆਂ ਸਨ। ਬੱਚਿਆਂ ਨੂੰ ਸ਼ੌਕ ਹੁੰਦਾ ਸੀ, ਤੂਤੀਆਂ ਖਾਂਦੇ ਸੀ, ਜਾਮਣਾ ਤੋੜਦੇ ਸੀ, ਬਿਲ ਪੱਤਰ ਤੋੜਦੇ ਸੀ। ਠੀਕ ਹੈ। ਇਹ ਸਾਰਾ ਕੁਝ ਇੱਕ ਮਨੋਰੰਜਨ ਸੀ। ਔਰ ਬੱਚਿਆਂ ਦੇ ਜਿਹੜੇ ਖਿਡੌਣੇ ਹੁੰਦੇ ਸੀਗੇ, ਉਹ ਜਿਹੜੇ ਹੁੰਦੇ ਸੀ ਉਹ ਵੀ ਮਿੱਟੀ ਦੇ ਹੁੰਦੇ ਸੀ। ਤੇ ਬਹੁਤਾ ਜਿਹੜਾ ਕੋਈ ਮਤਲਬ ਵੱਡਾ ਆਪਦੇ ਆਪ ਨੂੰ ਖੱਬੀ ਖਾਨ ਸਮਝਦਾ, ਉਹਦੇ ਕੋਲ ਇੱਕ ਖਿਡੌਣਾ ਹੁੰਦਾ ਸੀ, ਉਹ ਬਸ ਐਂ ਕਰਦੇ ਟਰ ਕਰਦਾ ਸੀ। ਸਮਝਦੇ ਨਾ ਗੱਲ? ਇਹ ਇੰਨੀ ਜ਼ਿੰਦਗੀ 'ਚ ਸਾਦਗੀ ਸੀ। ਜਦੋਂ ਵਿਆਹ ਹੋਣਾ ਤਾਂ ਉਸ ਵੇਲੇ ਮੰਜੇ ਬਿਸਤਰੇ ਮੰਗਣੇ, ਉਹਨਾਂ ਦੇ ਉੱਤੇ ਉਹ ਫਿਰ ਬੋਤਲ ਦੇ ਵਿੱਚ ਇੱਕ ਕਾਨਾ ਜਿਹਾ ਪਾਇਆ, ਉਹਦੇ ਨਾਲ ਲਿਖ ਦਿੰਦੇ ਸੀ ਵੀ ਗੰਡਾ ਸਿੰਘ, ਇਹ ਗੰਡਾ ਸਿੰਘ ਨੇ ਭੇਜਿਆ ਹੈ ਨਾ, ਮਤਲਬ ਉਹ ਲਿਖਿਆ ਕੰਨੀ ਦੇ ਉੱਤੇ। ਵਿਆਹ ਹੁੰਦਾ ਸੀ ਤਾਂ ਸਾਰੇ ਪਿੰਡ ਦਾ ਜਾਂ ਉਸ ਮੁਹੱਲੇ ਦਾ ਇੱਕ ਦਾਇਤਵ ਬਣ ਜਾਂਦਾ ਸੀ, ਫਰਜ਼ ਬਣਦਾ ਸੀ ਕਿ ਜੇ ਬੇਟੀ ਜਾ ਰਹੀ ਹੈ ਤੇ ਬੇਟੀ ਸਭ ਦੀ ਹੈ, ਤੇ ਜੇ ਬੇਟੀ ਆ ਰਹੀ ਹੈ ਤਾਂ ਵੀ ਉਹ ਸਭ ਦੀ ਹੈ। ਤੋ ਇਸ ਤਰ੍ਹਾਂ ਦਾ ਹੁੰਦਾ। ਹੁਣ ਕੀ ਹੋ ਗਿਆ, ਨਾ ਤਾਂ ਬੇਟੀ ਦੀ ਬਹੁਤੀ ਕੋਈ ਖਵਾਹਿਸ਼ ਹੁੰਦੀ ਸੀ, ਵੱਧ ਤੋਂ ਵੱਧ ਕੀ ਆ, ਮੁਕਤਸਰ ਦੇ ਮੇਲੇ ਤੇ ਚਲੇ ਗਏ, ਮਾਗੀ ਤੇ, ਠੀਕ ਹੈ, ਤਲਵੰਡੀ ਸਾਬੋ ਚਲੇ ਗਏ,
ਆਨੰਦਪੁਰ ਦੇ ਮੇਲੇ ਤੇ ਚਲੇ ਗਏ, ਤੀਆਂ ਲੱਗੀਆਂ ਤਾਂ ਬੋੜਾਂ ਥੱਲੇ ਕੁੜੀਆਂ ਚਿੜੀਆਂ ਜਿਹੜੀਆਂ ਪੀਂਘਾਂ ਝੂਟਣ ਲੱਗ ਗਈਆਂ, ਇਹ ਹੁੰਦਾ ਸੀ। ਹੁਣ ਕੀ ਹੋ ਗਿਆ? ਜਿਹੜਾ ਸਵਾਲ ਤੁਹਾਡਾ ਵੀ ਤਲਾਕ ਕਿਉਂ ਹੁੰਦੇ, ਹੁਣ ਜਦੋਂ ਬੀਬੀ ਆਉਂਦੀ ਹੈ ਉਹ ਪਹਿਲਾਂ ਇਹ ਸੋਚਦੀ ਹੈ ਕਿ ਬਸ ਇੱਕ ਮੈਂ ਹੋਵਾਂ, ਇੱਕ ਤੂੰ ਹੋਵੇ, ਨਾ ਸੱਸ ਹੋਵੇ ਨਾ ਸਹੁਰਾ ਹੋਵੇ, ਕਾਰ ਹੋਵੇ, ਠੀਕ, ਫਾਸਟ ਫੂਡ ਹੋਵੇ, ਸ਼ਾਮ ਨੂੰ ਜਿਹੜਾ ਮਾਲ ਰੋਡ ਤੇ ਹੋਵੇ, ਠੀਕ ਹੈ, ਤੇ ਮੈਂ ਜਿੱਥੇ ਕਹਾਂ ਤੈਨੂੰ ਉੱਥੇ ਜਾਵੇਂ, ਕਿਤੇ ਨਾ ਕਿਤੇ ਵੀ ਆਪਾਂ ਕਸੌਲੀ ਚੱਲੀਏ, ਆਪਾਂ ਸ਼ਿਮਲੇ ਚੱਲੀਏ, ਜੇ ਬਲਾਓ ਕਰਦੀ ਹੈ ਤਾਂ ਸਿੰਗਾਪੁਰ ਗੇੜਾ ਮਰਵਾ ਦੇ। ਖਵਾਹਿਸ਼ਾਤ ਪਦਾਰਥਿਕ ਹੋ ਗਈਆਂ। ਜਦੋਂ ਮੈਂ ਇਹ ਸੋਚਣ ਲੱਗ ਗਿਆ ਕਿ ਮੈਨੂੰ ਆਹ ਕੁਛ ਚਾਹੀਦਾ, ਤੇ ਜਦੋਂ ਇਹ ਨਾ ਸੋਚਿਆ ਪਤਨੀ ਨੇ ਕਿ ਇਹ ਬੰਦਾ ਜਿਹੜਾ ਮੁਸ਼ੱਕਤ ਕਰਦਾ, ਮਿਹਨਤ ਕਰਦਾ, ਮੈਂ ਜੇ ਇਹਦੇ ਨਾਲ ਮੋਢਾ ਜੋੜ ਕੇ ਤੁਰਾਂ ਤਾਂ ਕੁਝ ਪੈਸੇ ਨੇ ਜਿਹੜੇ ਅਸੀਂ ਇਸ ਤਰ੍ਹਾਂ ਬਚਾ ਲਈਏ ਔਰ ਪਿਆਰ ਮੁਹੱਬਤ ਨਾਲ ਰਹੀਏ, ਕਸ਼ਮਕਸ਼ ਕਰੀਏ, ਜਦੋਜਹਿਦ ਕਰੀਏ, ਜ਼ਿੰਦਗੀ ਦੇ ਅਰਥ ਲੱਭੀਏ ਉਹਨਾਂ ਚੋਂ। ਕਿਉਂਕਿ ਬਿਨਾਂ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਜਦੋਜਹਿਦ ਜਾਂ ਕਸ਼ਮਕਸ਼ ਨਹੀਂ ਕੀਤੀ ਕਿਤੇ ਪਹੁੰਚਣ ਵਾਸਤੇ, ਉਹਦੇ ਕੋਲੇ ਜਿੰਨਾ ਮਰਜ਼ੀ ਪੈਸਾ ਆ ਜੇ, ਉਹ ਬੰਦੇ ਨੂੰ ਸੰਤੁਸ਼ਟੀ ਨਹੀਂ ਹੋ ਸਕਦੀ, ਹੋਰ ਦੀ ਰੱਟ ਲਾਉਂਦਾ ਰਹਿੰਦਾ ਉਹ। ਜਿਹੜੇ ਆਪਣੇ ਪੈਰਾਂ ਤੇ ਖੁਦ ਖੜੇ ਹੁੰਦੇ ਆ, ਉਹ ਫਿਰ ਕਦੇ ਗੋਡਿਆਂ ਭਾਰ ਹੋ ਕੇ ਨਹੀਂ ਚੱਲਦੇ ਜ਼ਿੰਦਗੀ 'ਚ ਤੁਰਦੇ, ਉਹ ਸਿੱਧੇ ਸਤੋਰ ਤੁਰਦੇ ਨੇ। ਔਰ ਫਿਰ ਉਹਨਾਂ ਵਾਸਤੇ ਕੋਈ ਪਹਾੜ ਦੁਰਗਮ ਨਹੀਂ ਹੁੰਦਾ। ਲੇਕਿਨ ਜਿਨ੍ਹਾਂ ਨੂੰ ਇਹ ਹੋਵੇ ਕਿ ਬਾਪੂ ਦਾ ਪੈਸਾ ਹੈ, ਜਾਂ ਔਰਤ ਨੂੰ ਇਹ ਹੋਵੇ ਕਿ ਆਹ ਜਿਹੜੇ ਇਹਨਾਂ ਕੋਲੇ ਪਲਾਟ ਪਏ ਆ ਖਾਲੀ, ਉਹ ਕੋਠੀ ਪਈ ਆ, ਵੇਚਦੇ ਕਿਉਂ ਨਹੀਂ ਗਏ, ਹਨਾ? ਜਾਂ ਜਿੰਨੀ ਦੇਰ ਤੱਕ ਜਦੋਂ ਤੁਸੀਂ ਵਿਆਹ ਹੋ ਗਿਆ ਨਾ, ਤਲਾਕ ਕਿਉਂ ਹੁੰਦਾ? ਪਹਿਲੀ ਗੱਲ, ਜਦੋਂ ਵਿਆਹ ਹੋ ਗਿਆ ਨਾ ਔਰਤ 'ਚ ਹਉਮੈ ਰਹੀ ਨਾ ਬੰਦੇ 'ਚ ਹਉਮੈ ਰਹੀ। ਜੇ ਔਰਤ ਮੰਨ ਲਓ ਕਿ ਉਹ ਨੌਕਰੀ ਪੇਸ਼ਾ ਹੈ, ਤਾਂ ਪਤੀ ਦਾ ਫਰਜ਼ ਬਣਦਾ ਕਿ ਜਦੋਂ ਥੱਕੀ ਹਾਰੀ ਘਰੇ ਆਵੇ ਸ਼ਾਮ ਨੂੰ, ਕਿਉਂਕਿ ਉਹਨੂੰ ਕਈ ਕੰਮ ਕਰਨੇ ਪੈਣੇ ਆ, ਉਹ ਬੱਚਿਆਂ ਦੀ ਵੀ ਪਰਵਰਿਸ਼ ਕਰੇਗੀ, ਉਹਨਾਂ ਦਾ ਵੀ ਖਿਆਲ ਰੱਖੇਗੀ। ਉਸ ਟਿਊਸ਼ਨ ਤੇ ਜਾਣਾ ਕਦੋਂ ਆ ਉਹਨਾਂ ਨੇ, ਬੰਦੇ ਨੂੰ ਇੰਨੇ ਖਿਆਲ ਨਹੀਂ ਹੁੰਦੇ, ਠੀਕ ਹੈ, ਬੰਦਾ ਥੋੜਾ ਅਲਗਰਜ਼ ਹੁੰਦਾ। ਬੰਦੇ ਦਾ ਫਰਜ਼ ਹੈ ਕਿ ਚੱਲ ਯਾਰ ਅੱਜ ਬੈਠ ਤੂੰ, ਮੈਂ ਤੈਨੂੰ ਗੋਭੀ ਤੇ ਤਹਿ ਤੋੜ ਪਰੌਂਠੇ ਬਣਾ ਕੇ ਖਵਾਵਾਂ, ਠੀਕ ਹੈ, ਜਾਂ ਫਿਰ ਚਾਹ ਦਾ ਕੱਪ ਪਿਆ ਦੇ, ਕੋਲੇ ਬੈਠੇ ਉਹਦਾ ਹਾਲ ਚਾਲ ਪੁੱਛੇ। ਕੁਝ ਕੁ ਪਰਿਵਾਰਾਂ 'ਚ ਇਵੇਂ ਹੈ, ਠੀਕ, ਵੀ ਚੱਲ ਤੂੰ ਅੱਜ ਬਹਿ ਜਾ ਯਾਰ, ਅੱਜ ਡਿਨਰ ਤੈਨੂੰ ਮੈਂ ਕਰਾਉਂਗਾ, ਆਲੂ ਬੜੀਆਂ ਬਣਾ ਕੇ ਖਵਾਉਂ ਤੈਨੂੰ ਵਧੀਆ। ਇਸ ਤਰ੍ਹਾਂ ਪਿਆਰ ਬਣਿਆ ਰਹਿੰਦਾ। ਜਦੋਂ ਇਹ ਹੋ ਜੇ ਨਾ ਕਿ ਇਹ ਹੋਰ ਹੈ, ਹਸਬੈਂਡ ਹੋਰ ਹੈ, ਮੈਂ ਹੋਰ ਹਾਂ, ਤੁਸੀਂ ਜ਼ਿੰਦਗੀ 'ਚ ਜਿੰਨੀ ਦੇਰ ਤੱਕ, ਉਹ ਪਹੀਏ ਵਾਲੀ ਗੱਲ, ਜਿੰਨੀ ਦੇਰ ਤੱਕ ਤੁਸੀਂ ਸਮਾਨ ਨਹੀਂ ਚੱਲਦੇ, ਇੱਕ ਦੂਜੇ ਨੂੰ ਸਮਝ ਕੇ ਨਹੀਂ ਚੱਲਦੇ, ਔਰ ਇਹ ਨਹੀਂ ਸੋਚਦੇ ਕਿ ਵਕਤ ਜੇ ਅੱਜ ਤੰਗੀਆਂ ਤੁਰਸ਼ੀਆਂ ਵਾਲਾ ਤੇ ਕੱਲ ਨੂੰ ਚੰਗਾ ਵੀ ਆਏਗਾ, ਵਕਤ ਅੱਛਾ ਵੀ ਆਏਗਾ, ਨਾਸਿਰ ਗਮ ਨਾ ਕਰ ਜ਼ਿੰਦਗੀ ਪੜੀ ਹੈ ਅਭੀ। ਪਰ ਅਸੀਂ ਘਬਰਾ ਜਾਂਦੇ ਹਾਂ। ਕੁੜੀਆਂ ਦਾ ਇੱਕ ਅੱਜ ਕੱਲ ਹੋਰ ਰੁਝਾਨ ਹੈ, ਇਹ ਮੋਬਾਈਲ ਨੇ ਆ ਕੇ ਇੰਨੇ ਘਰ ਪੱਟੀ ਮੇਸ ਕੀਤੇ ਆ ਘਰੋਂ। ਮੈਂ ਇੱਕ ਲਿਵਿੰਗ ਐਗਜ਼ਾਮਪਲ ਦਿੰਦਾ, ਸਾਡੇ ਇੱਕ ਗੁਆਂਢੀ ਹੈ, ਉਹਦੀ ਜਦੋਂ ਬੇਟੀ ਦਾ ਵਿਆਹ ਹੋਇਆ ਤਾਂ ਦੂਜੇ ਦਿਨ ਹੀ ਲਗਾਤਾਰ ਬੇਟੀ फोन कर रही है, वो तो करिए, तुम्हें क्या जरूरत है, तुम्हें क्या जरूरत है उसकी बात मानने की, तो अपनी मर्जी करो, तुम जाओ बाजार, हैं? वो अगर नहीं करती तो ना करने दो, सास है तो फिर क्या हुआ, माँ तो नहीं है तुम्हारी। ਹੁਣ ਘਰੋਂ ਤਾਂ ਇਹ ਉਹਨੂੰ ਸਿੱਖਿਆ ਮਿਲ ਰਹੀ ਹੈ। ਬਿਲਕੁਲ। ਉਹਨੇ ਬੀਬੀ ਨੇ 3 ਮਹੀਨੇ ਨਹੀਂ ਕੱਟੇ ਤੇ ਘਰ ਆ ਕੇ ਬਹਿ ਗਈ, ਤਲਾਕ ਹੋ ਗਿਆ। ਬੀਬੀ ਨੂੰ ਦੂਜੇ ਘਰ ਵਸਾਇਆ, ਬੀਬੀ ਫਿਰ ਉੱਥੇ, ਬੀਬੀ ਇੱਥੋਂ ਛੱਡ ਕੇ ਪੰਜਾਬ, बीबी चली गई कर्नाटक, बीबी का उत्थों फोन आने लग गया, ये तो ऐसे करते हैं, मैं इनको ऐसे कहती हूँ, ये तो मेरी बात मानते नहीं है, क्योंकि अजकल हिंदी बोलने का भी रिवाज है बहुत, है ना, कि तुसी घर पंजाबी बोलते हैं। हुण वो जिहड़े है वो फौज के अफसर ने, जदों तां वो कुत्ते नाल गल करदे आ, उदों तां उहनूं कहंदे हाय buddy come here, what are you doing, oh my love, मैं ऐ करदे आ। ਜਦੋਂ ਜਨਾਨੀ ਨਾਲ ਲੜਦੇ ਉਦੋਂ ਸ਼ੁੱਧ ਪੰਜਾਬੀ 'ਚ ਗਾਲਾਂ ਕੱਢਦਾ, ਮੈਂ ਤੇਰੇ ਨਾਲ ਐਸਾ ਚਪੜਾ ਮਾਰੂ, ਮੈਂ ਤੈਨੂੰ ਕਰ ਦੂੰ ਸਿੱਧੀ, ਤੂੰ ਉਹ ਕਰਦੇ। ਜਦੋਂ ਕੋਈ ਬਾਹਰੋਂ ਆ ਜੇ, ਹਾਂ ਭਾਈ ਸਾਹਿਬ ਕੀ ਹਾਲ ਹੈ, ਠੀਕ ਹੋ, ਤਾਂ ਉਹ 3 ਜ਼ਬਾਨਾਂ ਬਦਲਦੇ ਆ ਜੀ। ਇਹ ਮੈਂ ਵੀ ਕਰਕੇ ਸੋਚਿਆ, ਮੇਰੀ ਵੀ ਪਤਨੀ ਨੂੰ ਹੋ ਗਿਆ ਕਿ ਬੱਚਿਆਂ ਨੂੰ ਨਾ ਆਪਾਂ, ਬਲਜੀਤ ਉਹ ਸਾਰੇ ਹਿੰਦੀ ਬੋਲਦੇ ਨਾ, ਤੁਸੀਂ ਉਹਨਾਂ ਨੂੰ ਠੇਠ ਪੰਜਾਬੀ 'ਚ ਨਾ ਬੋਲਿਆ ਕਰੋ। ਉਹ ਮੇਰਾ ਬੇਟਾ ਜਦੋਂ ਆਇਆ ਕਰੇ ਸਕੂਲੋਂ, ਮੈਂ ਉਹਨੂੰ ਕਿਹਾ ਕਰਾਂ, ਉਹ ਕਿਵੇਂ ਆ, ਚੱਕਿਆ ਫੱਟੇ ਉਡਾ ਤੇ ਮੰਤਰ। ਮੇਰੀ ਵਾਈਫ ਨੂੰ ਬੜਾ ਗੁੱਸਾ ਆਇਆ ਕਰੇ, ਕਹਿੰਦੀ ਇਹ ਤੁਸੀਂ ਕੀ ਇਹਨਾਂ ਨੂੰ ਮਤਲਬ ਫੂਡ ਜੀ ਗੱਲਾਂ ਕਰਦੇ ਹੋ। ਜਦੋਂ ਉਹਨੂੰ ਕਿਹਾ ਕਰੇ ਨਹੀਂ ਨਹੀਂ ਪਾਣੀ ਪੀਣਾ ਨਹੀਂ ਹੁੰਦਾ, ਇਹਨੂੰ ਬੇਟੇ ਹਿੰਦੀ में, ਉਹ ਛੋਟਾ ਬਹੁਤ ਸੀ, ਇਨੋਸੈਂਟ ਸੀਗਾ। तो एक दिन कहता
ਮੈਨੂੰ ਕਹਿੰਦਾ ਪਾਪਾ ਤੁਹਾਡਾ ਇੱਕ ਫਰੈਂਡ ਆਇਆ ਹਿੰਦੀ में पापा मैं पोटी करने जाना हिंदी में ਉਹਦਾ ਮਸਾਂ ਖੜਾ ਛਡਾਇਆ ਓਏ ਆਏ ਹਿੰਦੀ में ਨਹੀਂ ਇਹ ਹਿੰਦੀ में ਹੁਣ ਤੈਨੂੰ ਕਿਵੇਂ ਦਸੀਏ ਸੋ ਇਹ ਗੱਲ ਹੈ ਕਿ ਮੁਹੱਬਤ ਦੇ ਨਾਲ ਪਿਆਰ ਨਾਲ ਇੱਕ ਦੂਜੇ ਨੂੰ ਸਮਝ ਕੇ ਜੇ ਤਾਂ ਤੁਸੀਂ ਤੁਰਦੇ ਹੋ ਤਾਂ ਫੇਰ ਤਾਂ ਤਲਾਕ ਦਾ ਮਤਲਬ ਕੋਈ ਨਹੀਂ ਤੇ ਜੇ ਤੁਸੀਂ ਇਹ ਸੋਚਦੇ ਹੋ ਕਿ ਵਿਆਹ ਤਾਂ ਸੌਦੇਬਾਜ਼ੀ ਹੈ ਜਿਵੇਂ ਅੱਜ ਕੱਲ ਹੈ ਕਿ ਬੀਬੀ ਨੇ ਆਈਲੈਟ ਕਰ ਲਈ 7.5 ਬੈਂਡ ਆ ਗਏ ਤੇ ਬੀਬੀ ਨੇ ਅੱਗੇ ਮੁੰਡੇ ਨਾਲ ਘਰਦਿਆਂ ਨੇ ਗੱਲ ਕਰ ਲਈ ਵੀ ਭਾਈ ਪੈਸੇ ਤੁਸੀਂ ਲਾਓ ਇਹ ਤੁਹਾਨੂੰ ਜਾ ਕੇ ਬੁਲਾਊਗੀ ਉੱਥੇ ਤੇ ਤਰਾਸਦੀ ਵਾਪਰਦੀ ਹੈ ਤੇ ਬੀਬੀ ਉੱਥੇ ਜਾ ਕੇ ਕਿਸੇ ਹੋਰ ਬਾਬੇ ਨਾਲ ਇੰਟੈਂਗਲ ਹੋ ਜਾਂਦੀ ਹੈ ਉਹ ਮਾਰਦੀ ਹੈ ਇੱਥੋਂ ਵਾਲੇ ਨੂੰ ਲੱਤ ਤੇ ਜਾਣ ਸਾਰ ਬੀਬੀ ਦਾ ਸੱਭਿਆਚਾਰ ਬਦਲ ਜਾਂਦਾ ਮਾਨਸਿਕਤਾ ਬਦਲ ਜਾਂਦੀ ਹੈ ਇਹ ਅੱਜ ਕੱਲ ਹੋ ਰਿਹਾ ਵਿਆਹ ਦਾ ਅੱਜ ਕੱਲ ਕੋਈ ਮਤਲਬ ਨਹੀਂ ਤੇ ਜਦ ਵਿਆਹ ਦਾ ਕੋਈ ਮਤਲਬ ਨਹੀਂ ਹੁੰਦਾ ਫਿਰ ਤਲਾਕ ਦਾ ਹੀ ਮਤਲਬ ਹੁੰਦਾ ਉਦੋਂ ਫਿਰ ਤਲਾਕ ਜ਼ਰੂਰੀ ਹੋ ਜਾਂਦਾ ਔਰ ਸਮਾਜ ਦੇ ਵਿੱਚ ਐਡੀ ਉਦਬਲੀ ਹੋਈ ਹੈ ਕਿ ਕੋਈ ਬੰਦਾ ਵਿਆਹ ਨੂੰ ਪਵਿੱਤਰ ਰਿਸ਼ਤਾ ਨਹੀਂ ਮੰਨਦਾ ਹੁਣ ਇਹ ਹੁੰਦਾ ਵੀ ਕੀ ਦਵੋਗੇ ਆਹ ਨੂੰ ਲਿਜਾਉਂਗੇ ਇਹ ਉੱਥੇ ਚਲਾ ਜਾਊ ਇਹ ਉੱਥੇ ਚਲੀ ਜਾਊਗੀ ਇਹ ਉੱਥੇ ਜਾ ਕੇ ਪੱਕੀ ਹੋਊਗੀ ਫਿਰ ਮੁੰਡੇ ਨੂੰ ਬੁਲਾਊਗੀ ਫਿਰ ਪਿੱਛੇ ਉਹ ਸੋਚਦੇ ਆ ਵੀ ਫਿਰ ਚਲੋ ਮਾਂ ਪਿਓ ਚਲੇ ਜਾਣਗੇ ਫਿਰ ਇਸ ਦੇ ਮਾਮੇ ਦੀ ਕੁੜੀ ਹੈ ਜਿਹੜੀ ਉਹਨੂੰ ਲੈ ਜਾਾਂਗੇ ਫਿਰ ਆਪਾਂ ਚਾਚੇ ਦੇ ਪੁੱਤ ਨੂੰ ਲੈ ਜਾਾਂਗੇ ਸੋ ਇਸ ਤਰ੍ਹਾਂ ਦੀ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਰਿਸ਼ਤਿਆਂ ਨੂੰ ਤੁਸੀਂ ਬਿਲਕੁਲ ਦਾਗਦਾਰ ਕਰਤਾ ਮਾਮੇ ਨਾਲ ਭਾਣਜੀ ਵਿਆਹ ਕਰਾ ਕੇ ਚਲੀ ਗਈ ਚਾਚੇ ਨਾਲ ਭਤੀਜੀ ਚਲੀ ਗਈ ਇੱਥੋਂ ਤੱਕ ਕਿ ਸਕੀ ਭੈਣ ਨਾਲ ਭਰਾ ਨੇ ਵਿਆਹ ਕਰਾਇਆ ਤੇ ਕੈਨੇਡਾ ਸੈਟਲ ਹੋਇਆ ਟੋਰਾਂਟੋ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਮੋਗੇ ਦੇ ਵਿੱਚ ਇੱਕ ਵਾਰੀ ਇੱਕ ਬੰਦੇ ਦਾ ਕਤਲ ਹੋ ਗਿਆ ਸੀ ਜਿਹੜਾ ਬਾਹਰੋਂ ਆਇਆ ਸੀ ਉਹ ਕਿਸੇ ਲੜਕੀ ਪਿੱਛੇ ਆਇਆ ਸੀ ਜਿਹਨੂੰ ਉਹ ਪਿਆਰ ਕਰਦਾ ਸੀ ਪਰ ਉਹ ਜਦੋਂ ਉਹਦਾ ਸਾਰਾ ਮਤਲਬ ਪੁਲਿਸ ਨੇ ਰੈਕਡ ਦੇਖਿਆ ਤਾਂ ਪਤਾ ਲੱਗਿਆ ਆਪਣੀ ਸਕੀ ਭੈਣ ਨਾਲ ਵਿਆਹ ਕਰਾ ਕੇ ਗਿਆ ਸੀ ਤਾਂ ਜਦੋਂ ਤੁਸੀਂ ਰਿਸ਼ਤਿਆਂ ਦੀ ਆਬਰੂ ਨਹੀਂ ਰਹਿਣ ਦਿੱਤੀ ਜਦੋਂ ਤੁਸੀਂ ਰਿਸ਼ਤਿਆਂ ਨੂੰ ਬਿਲਕੁਲ ਕਲੰਕਿਤ ਕਰ ਦਿੱਤਾ ਫਿਰ ਤੁਸੀਂ ਕਿਵੇਂ ਸੋਚਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਸੁੱਖ ਚੈਨ ਦਾ ਕੋਈ ਦਰਵਾਜ਼ਾ ਖੁੱਲੇ ਹੋ ਹੀ ਨਹੀਂ ਸਕਦਾ ਤੁਸੀਂ ਵਿਆਹ ਨੂੰ ਤਾਂ ਬਣਾ ਲਿਆ ਸੌਦਾ ਜਦੋਂ ਵੀ ਵਿਆਹ ਹੁੰਦਾ ਹੈ ਪਹਿਲਾਂ ਇਹ ਸੋਚਦੇ ਆ ਮੁੰਡੇ ਵਾਲੇ ਕਿ ਕੁੜੀ ਵਾਲੇ ਦੇਣਗੇ ਕੀ ਉਹ ਭਾਵੇਂ ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ ਜਦੋਂ ਤੁਸੀਂ ਉਸ ਕੁੜੀ ਨੂੰ ਇਸ ਸ਼ਰਤ ਤੇ ਲਿਆਏ ਹੋ ਕਿ ਤੁਸੀਂ ਕਾਰ ਦੋਗੇ ਤਾਂ ਫਿਰ ਉਹ ਟਿਕੂਗੀ ਕਿਵੇਂ ਫਿਰ ਉਹ ਕਹੂਗੀ ਕਾਰ ਮੇਰੇ ਪਿਓ ਨੇ ਦਿੱਤੀ ਹੈ ਤੈਨੂੰ ਠੀਕ ਹੈ ਜੁੱਤੀ ਝਾੜ ਕੇ ਚੜਿਆ ਕਰ ਅੰਦਰ ਫਿਰ ਤਾਂ ਉਹ ਕਹੂਗੀ ਨਾ ਕਈ ਗੱਲਾਂ ਕਰੂਗੀ ਉਹ ਤੇ ਫਿਰ ਉਹਦੀ ਧੌਂਸ ਕਾਹਦੀ ਫਿਰ ਜੇ ਤੁਸੀਂ ਠੂਠਾ ਫੜ ਕੇ ਵਿਆਹ ਕਰਾਉਣਾ ਜੇ ਤੁਹਾਡੀ ਇੱਜ਼ਤ ਆਬਰੂ ਇਹੀ ਹੈ ਕਿ ਤੁਸੀਂ ਮੰਗਤੇ ਬਣ ਕੇ ਵਿਆਹ ਕਰਾਉਣਾ ਤਾਂ ਫਿਰ ਲੱਖ ਲਾਹਣਤ ਹੈ ਤੁਹਾਡੀ ਇਹ ਜੀ ਗੱਲ ਦੀ ਜਿਹੜੇ ਕਦੇ ਅਣਖਾਂ ਦੀਆਂ ਗੱਲਾਂ ਕਰਦੇ ਸੀ ਨਾ ਉਹਨਾਂ ਨੇ ਆਪਣੀਆਂ ਬੇਟੀਆਂ ਨੂੰ ਸੌਦੇ ਕਰ ਕਰਕੇ ਬਾਹਰ ਭੇਜਿਆ ਔਰ ਉਹਨਾਂ ਨੇ ਕਿਸੇ ਰਿਸ਼ਤੇ ਦੀ ਆਬਰੂ ਸਲਾਮਤ ਨਹੀਂ ਰਹਿਣ ਦਿੱਤੀ ਬਿਲਕੁਲ ਬਿਲਕੁਲ ਇਹ ਕਲਯੁਗ ਹੈ ਪਦਾਰਥਕ ਯੁੱਗ ਹੈ ਔਰ ਕਿਹਾ ਜਾਂਦਾ ਸੀ ਕਿ ਜਿਹੜੇ ਰਿਸ਼ਤੇ ਹੁੰਦੇ ਨਾ ਵਿਆਹ ਸ਼ਾਦੀ ਦੇ ਇਹ ਅਰਸ਼ਾਂ ਤੋਂ ਬਣ ਕੇ ਆਉਂਦੇ ਇਹੀ ਅਸੀਂ ਸ਼ੁਰੂ ਤੋਂ ਸੁਣਦੇ ਰਹੇ ਸੋ ਜਦੋਂ ਅੱਜ ਕਲਾਸੀਫਾਈਡ ਦਾ ਪੇਜ ਪੜ੍ਹੀਏ ਤੇ ਉਹਦੇ 'ਚ ਹੁੰਦਾ ਇੰਨੀ ਆਈਲਟਸ ਕੀਤੀ ਹੋਈ ਆ ਕੁੜੀ ਨੇ ਉਹਨੂੰ ਬਾਹਰਲੀ ਮੁੰਡਾ ਚਾਹੀਦਾ ਜਾਂ ਮੁੰਡੇ ਨੂੰ ਇਦਾਂ ਦੀ ਕੁੜੀ ਚਾਹੀਦੀ ਸੋ ਕਹਿਣ ਦਾ ਭਾਵ ਕਿ ਇਹਨਾਂ ਨੇ ਅਰਸ਼ਾਂ ਤੋਂ ਬਣੇ ਜਿਹੜੇ ਰਿਸ਼ਤੇ ਨੇ ਉਹਦੀ ਜਿਹੜੀ ਗੱਲ ਹੈ ਉਹਨੂੰ ਵੀ ਖਤਮ ਕਰਕੇ ਰੱਖ ਦਿੱਤਾ ਦੇਖੋ ਰਿਸ਼ਤੇ ਜਿਹੜੇ ਨੇ ਮੈਂ ਇਹ ਕਹਿਣਾ ਹੁੰਦਾ ਜਦੋਂ ਮੇਰਾ ਵਿਆਹ ਹੋਇਆ ਤਾਂ ਇਹੀ ਕਿਹਾ ਸੀਗਾ ਜੀ ਕੁਝ ਨਹੀਂ ਚਾਹੀਦਾ ਪਰ ਇੱਕ ਗੱਲ ਹੁੰਦੀ ਹੈ ਮੈਂ ਤਾਂ ਕਰਦਾ ਵੀ ਕੁਝ ਨਹੀਂ ਸੀ ਸਾਡੀ ਪਿਆਰ ਵਿਆਹ ਸੀ ਅਸੀਂ ਤਾਂ ਅਰਸ਼ਾਂ ਤੋਂ ਤਾਰੇ ਤੋੜਨ ਵਾਲਿਆਂ ਚੋਂ ਸੀ ਨਾ ਵੀ ਸਾਨੂੰ ਇਹ ਲੱਗਦਾ ਸੀ ਵਿਆਹ ਬਸ ਇੱਕ ਵਿਆਹ ਹੀ ਕਰਾਉਣਾ ਬਾਕੀ ਹੋਰ ਕੁਝ ਨਹੀਂ ਕਰਨਾ ਵਿਆਹ ਹੋ ਜਾਊਗਾ ਤਾਂ ਸਾਰੇ ਸੁੱਖ ਆਰਾਮ ਨੇ ਪਰ ਜਿੱਦਣ ਵਿਆਹ ਹੋ ਗਿਆ ਯਕਦਮ ਜ਼ਿੰਦਗੀ ਬਦਲ ਗਈ ਤੇ ਜਦੋਂ ਜਨਾਨੀ ਨੇ ਕਿਹਾ ਵੀ ਡਸਟਬਿਨ ਲੈ ਕੇ ਆਓ ਡਸਟਬਿਨ ਨਹੀਂ ਠੀਕ ਤਾਂ ਮੈਂ ਬਾਜ਼ਾਰ ਦੇ ਵਿੱਚ ਰਸਤਾ ਹੀ ਭੁੱਲ ਗਿਆ ਘਰ ਆਉਣ ਦਾ ਮਤਲਬ ਇੰਨੇ ਭਾਂਬੜ ਭੂਸੇ 'ਚ ਪੈ ਗਿਆ ਮੈਂ ਕਿਹਾ ਅੱਜ ਇਹ ਡਿਮਾਂਡ ਹੈ ਕਰਦੇ ਆਪਾਂ ਕੁਝ ਹੈ ਹੀ ਨਹੀਂ ਗੇ ਪੈਸੇ 20 ਰੁਪਏ ਵੀ ਨਹੀਂ ਜੇਬ 'ਚ ਡਸਟਬਿਨ ਲਾਇਆ ਤੇ ਬਾਕੀ ਰਹੇ ਕੀ ਬਚੂ ਪਰ ਨਾ ਤਾਂ ਉਹ ਹਾਰੀ ਮੁਹੱਬਤ ਦਾ ਸਿਲਸਿਲਾ ਉਵੇਂ ਕਾਇਮ ਰਿਹਾ 7 ਸਾਲ ਜ਼ਿੰਦਗੀ ਦੇ ਸੜਕ ਤੇ ਰਹੇ ਇਸ ਦੌਰਾਨ ਬੱਚਾ ਵੀ ਹੋ ਗਿਆ ਪਰ ਇਹ ਸੀਗਾ ਇਹ ਉਹਨੂੰ ਮੇਰੇ ਤੇ ਵਿਸ਼ਵਾਸ ਸੀ ਕਿ ਹਾਰਨ ਵਾਲਾ ਮੈਂ ਨਹੀਂ ਤੇ ਮੈਨੂੰ ਇਹ ਵਿਸ਼ਵਾਸ ਸੀ ਕਿ ਮੇਰੇ ਨਾਲ ਇਹ ਅੱਗ ਤੇ ਵੀ ਤੁਰੂਗੀ ਤਾਂ ਜ਼ਿੰਦਗੀ ਜਿਹੜੀ ਸੀਗੀ ਉਸ ਦੇ ਵਿੱਚ ਕਾਮਯਾਬੀ ਹਾਸਲ ਹੋਈ ਮਤਲਬ ਕਾਮਯਾਬੀ ਮਿਲੀ ਜਦੋਂ ਕਿਉਂਕਿ ਇਹਦੇ ਚ ਸੌਦੇਬਾਜ਼ੀ ਨਹੀਂ ਸੀ ਕਿਸੇ ਸੌਦੇ ਨਾਲ ਵਿਆਹ ਨਹੀਂ ਹੋਇਆ ਸੀ ਇਹੀ ਸੀਗਾ ਕਿ ਮਾਂ-ਬਾਪ ਨੇ ਪਤਾ ਸੀ ਮਾਂ-ਬਾਪ ਨੇ ਵੀ ਜੇ ਕਿਤੇ ਘਰ ਇਕੱਲੇ ਕਿਤੇ ਹੋਰ ਰਹਿੰਦੇ ਨੇ ਜਾਂ ਕਿਤੇ ਦੂਰ ਦਰਾਜ਼ ਜਾਂਦੇ ਨੇ ਤਾਂ ਇਹਨਾਂ ਕੋਲ ਭਾਂਡੇ ਹੋਣੇ ਚਾਹੀਦੇ ਨੇ ਠੀਕ ਇਹਨਾਂ ਕੋਲ ਇੱਕ ਡਬਲ ਬੈੱਡ ਹੋਣਾ ਚਾਹੀਦਾ ਜਦੋਂ ਕਿ ਇਹ ਕਹਿਤਾ ਸੀ ਵੀ ਕੁਝ ਨਹੀਂ ਚਾਹੀਦਾ ਪਰ ਬਾਅਦ ਦੇ ਵਿੱਚ ਮੈਂ ਸੋਚਦਾ ਸੀ ਵੀ ਜੇ ਬਾਕੀ ਇਹ ਕੁਝ ਨਾ ਆਉਂਦਾ ਡਬਲ ਬੈੱਡ ਵੀ ਨਾ ਹੁੰਦਾ ਜਾਂ ਉਸ ਤਰ੍ਹਾਂ ਦੇ ਕਿਉਂਕਿ ਬੜੇ ਤੰਗ ਦਸਤੀ ਵਾਲੇ ਹਾਲਾਤ ਸੀ ਤਾਂ ਇਹ ਇੱਥੋਂ ਤੱਕ ਤਾਂ ਜਾਇਜ਼ ਹੈ ਪਰ ਜਦੋਂ ਬੰਦਾ ਇਹ ਕਹੇ ਮੈਨੂੰ ਉਹ ਚਾਹੀਦਾ ਤੇ ਮੈਨੂੰ ਉਹ ਚਾਹੀਦਾ ਤੇ ਮੈਨੂੰ ਉਹ ਚਾਹੀਦਾ ਫਿਰ ਲੜਕੀ ਦੇ ਅੰਦਰ ਇਹ ਗੱਲ ਹਮੇਸ਼ਾ ਰਹਿੰਦੀ ਹੈ ਕਿ ਮੰਗ ਕੇ ਤਾਂ ਤੂੰ ਕਾਰ ਲਈ ਠੀਕ ਹੈ ਇੰਨੇ ਲੱਖ ਰੁਪਇਆ ਮੇਰੇ ਮਾਂ-ਬਾਪ ਨੇ
ਤੂੰ ਧੌਣ ਤੇ ਗੋਡਾ ਰੱਖਿਆ ਤੇ ਖਰਚੇ ਤੇ ਹੁਣ ਤੂੰ ਮੇਰੇ ਸਵਾਲਾਂ ਦਾ ਜਵਾਬ ਦੇ ਚੱਲ। ਉਹ ਫਿਰ ਕਿੰਤੂ ਪਰੰਤੂ ਕਰੂਗੀ ਨਾ। ਤੇ ਜੇ ਤੁਸੀਂ ਉਸ ਨੂੰ ਇਹ ਵਿਖਾਤਾ ਕਿ ਤੁਸੀਂ ਵਾਕਿਆ ਹੀ ਉਸ ਨਾਲ ਨਿਭਣਾ ਚਾਹੁੰਦੇ ਹੋ, ਉਹਨੂੰ ਮੁਹੱਬਤ ਕਰਦੇ ਹੋ, ਤਾਂ ਫਿਰ ਜਿਹੜਾ ਮੁਹੱਬਤ ਦਾ ਰਿਸ਼ਤਾ ਹੁੰਦਾ ਨਾ, ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਤੋੜ ਸਕਦੀ। ਤੇ ਜਿਹੜੇ ਜਾਲੀ ਰਿਸ਼ਤੇ ਹੁੰਦੇ ਨਾ, ਤੇ ਉਹ ਟੁੱਟਦਿਆਂ ਨੂੰ ਕੋਈ ਮਿੰਟ ਨਹੀਂ ਲੱਗਦਾ। ਜੀ ਜੀ ਜੀ, ਬਿਲਕੁਲ ਜੀ। ਆਪਸ ਦੇ ਵਿੱਚ ਭਰੋਸਾ ਹੋਵੇ, ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਹੋਵੇ ਕਿ ਜਿਹੋ ਜਿਹਾ ਵੀ ਵਕਤ, ਦੇਖੋ ਜ਼ਰੂਰੀ ਨਹੀਂ ਹੈ ਕਿ ਵਿਆਹ ਹੋਇਆ ਹੈ ਤੇ ਤੁਹਾਡੀ ਲਾਈਫ ਬਹੁਤ ਵਧੀਆ ਹੋਊਗੀ। ਮੁਸ਼ਕਲਾਂ ਆਉਂਦੀਆਂ ਹੀ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ, ਉਤਾਰ ਵੀ ਆਣੇ ਨੇ, ਚੜਾਅ ਵੀ ਆਣੇ ਨੇ, ਹੈਨਾ। ਤੇ ਗੱਲ ਇਹ ਹੈ ਕਿ ਉਸ ਵੇਲੇ ਦੇ ਵਿੱਚ, ਜੇ ਇਸ ਟਾਈਮ ਮਾੜਾ ਵਕਤ ਆ ਗਿਆ ਮੀਆਂ ਬੀਵੀ ਦੇ ਵਿੱਚ, ਉਸ ਵੇਲੇ ਦੋਨਾਂ ਦਾ ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ ਹੋਣਾ ਜ਼ਰੂਰੀ ਹੈ, ਇੱਕ ਦੂਜੇ ਦੇ ਨੂੰ ਹੌਸਲਾ ਦੇਣਾ ਬੜਾ ਜ਼ਰੂਰੀ ਹੈ। ਜੇ ਇੱਕ ਜਣਾ ਢੇਰੀ ਹੋਇਆ, ਦੂਜਾ ਉਹਨੂੰ ਹੌਸਲਾ ਦੇਵੇ। ਸੋ ਤਾਂ ਹੀ ਜਿਹੜਾ ਵਿਆਹ ਦਾ ਰਿਸ਼ਤਾ ਹੈ, ਇਹ ਇੱਕ ਸਫਲ ਰਿਸ਼ਤਾ ਬਣ ਸਕਦਾ। ਦੇਖੋ, ਤੁਹਾਡੇ ਦੇ ਵਿੱਚ ਇਖਤਲਾਫਾਤ ਹੋ ਸਕਦੇ ਨੇ ਵਿਆਹ ਦੇ ਵਿੱਚ, ਮਤਲਬ ਇਹ ਨਹੀਂ ਜ਼ਰੂਰੀ ਲੜਾਈ ਝਗੜਾ ਵੀ ਹੁੰਦਾ, ਇੱਥੋਂ ਤੱਕ ਇੱਕ ਦੂਜੇ ਦੇ ਜੁੰਡੇ ਪੱਟਣ ਦੀ ਵੀ ਨੌਬਤ ਆ ਜਾਂਦੀ ਹੈ। ਹੁਣ ਮੇਰਾ ਇੱਕ ਮਿੱਤਰ ਹੈ, ਬਹੁਤ ਪਿਆਰ ਆ ਉਹਨਾਂ ਦਾ ਆਪਸ ਚ, ਉਹ ਤੀਜੇ ਦਿਨ ਮੇਰੇ ਕੋਲ ਕਹਿੰਦਾ ਯਾਰ ਬਹੁਤ ਕਲੇਸ਼ ਹੁੰਦਾ ਯਾਰ ਸਾਡੇ ਘਰੇ। ਉਹ ਮੈਂ ਕਿਹਾ ਹੁੰਦਾ ਕੀ ਹੈ, ਕਾਰਨ ਕੀ ਹੈ, ਤੂੰ ਕਾਰਨ ਦਾ ਦੱਸ ਕੀ ਹੁੰਦਾ। ਉਹ ਕਹਿੰਦਾ ਯਾਰ ਮੈਂ ਸਵੇਰੇ ਸਵੇਰੇ ਚਾਹ ਪੀ ਜਾਣਾ, ਅਖਬਾਰ ਲੈ ਕੇ ਬੈਠਾ, ਜਨਾਨੀ ਆ ਕੇ ਪੁੱਛਦੀ ਕੀ ਕਰਦਾ, ਮੈਂ ਕਿਹਾ ਤਾਰਾ ਮੀਰਾ ਲਾਉਣਾ। ਉਹ ਮੈਂ ਕਿਹਾ ਯਾਰ ਇਹ ਕੋਈ ਜਵਾਬ ਹੈ ਵੀ ਤੂੰ ਉਹਨੂੰ ਕਹਿਆ ਨਾ ਵੀ, ਕਹਿੰਦਾ ਯਾਰ ਉਹਨੂੰ ਦਿਸਦਾ ਨਹੀਂਗਾ। ਉਹ ਮੈਂ ਕਿਹਾ ਗੱਲ ਇਹ ਨਹੀਂ ਗੀ, ਉਹ ਤੇਰੇ ਨਾਲ ਇੱਕ ਸੰਵਾਦ ਰਚਾਉਣਾ ਚਾਹੁੰਦੀ ਹੈ। ਬਿਲਕੁਲ। ਉਹ ਤੈਨੂੰ ਪੁੱਛਦੇ ਕੀ ਕਰਦੇ ਹੋ, ਤੇ ਤੂੰ ਉਹਨੂੰ ਕਹਿਣਾ ਸੀ ਬੈਠ ਵੀ ਆਹ ਕੁਝ ਖਬਰਾਂ ਨੇ, ਮੈਂ ਇਹਦੇ ਤੇ ਆਪਾਂ ਚਰਚਾ ਕਰਦੇ ਹਾਂ। ਜਦੋਂ ਤੂੰ ਹਰ ਗੱਲ ਦਾ ਜਵਾਬ ਪੁੱਠਾ ਦੇਂਗਾ ਉਹਨੂੰ, ਹਨਾ, ਤਾਂ ਫਿਰ ਇਹਦਾ ਮਤਲਬ ਘਰ 'ਚ ਕਲੇਸ਼ ਸ਼ੁਰੂ ਹੁੰਦਾ। ਬੰਦਿਆਂ ਦੀ ਆਦਤ ਹੁੰਦੀ ਹੈ ਕਿ ਜੇ ਉਹਨਾਂ ਨੂੰ ਕਹਤਾ ਨਾ ਵੀ ਆ ਅੱਜ ਆਪਣੇ ਆ ਫਲਾਨਾ ਅੱਜ ਦਿਨ ਹੈ ਤੇ ਅੱਜ ਦੁਸਹਿਰਾ, ਤੇ ਜੇ ਬੰਦਾ ਅੱਗੇ ਕਹਿੰਦਾ ਮੈਂ ਹੁਣ ਭੰਗੜਾ ਪਾਵਾਂ, ਮਤਲਬ ਗੱਲ ਤੁਹਾਡੀ ਜ਼ੁਬਾਨ ਤੇ ਹੁੰਦੀ ਹੈ। ਤੁਸੀਂ ਮੁਹੱਬਤ ਨਾਲ, ਜੇ ਮੁਹੱਬਤ ਦੇ ਅਲਫਾਜ਼ ਜ਼ੁਬਾਨ ਤੋਂ ਕੇਰਦੇ ਹੋ, ਤਾਂ ਘਰ ਦਾ ਮਾਹੌਲ ਸੁਖ ਸ਼ਾਂਤੀ ਵਾਲਾ ਹੈ। ਔਰ ਬੰਦੇ ਦੇ ਅੰਦਰ ਤੇ ਔਰਤ ਦੇ ਅੰਦਰ ਸਹਿਣ ਸ਼ਕਤੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਜੇ ਤੁਸੀਂ ਤਮਾਸ਼ਾ ਕਰੋਗੇ, ਲੜੋਗੇ ਬੱਚਿਆਂ ਦੇ ਸਾਹਮਣੇ, ਤਾਂ ਉਹਨਾਂ ਦੇ ਇਸ ਗੱਲ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ। ਤੁਸੀਂ ਜਦੋਂ ਬੱਚੇ ਪੈਦਾ ਹੋਗੇ, ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਬੱਚਿਆਂ ਦੀ ਪਰਵਰਿਸ਼ ਨੂੰ ਸਮਰਪਿਤ ਹੋ, ਔਰ ਜਿਹੋ ਜਿਹਾ ਆਦਰਸ਼ ਤੁਸੀਂ ਉਹਨਾਂ ਨੂੰ ਬਣ ਕੇ ਦਿਖਾਓਗੇ, ਉਹ ਉਹੋ ਜਿਹਾ ਹੀ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਉਹੀ ਚੀਜ਼ ਦਿਖਾਈ ਦੇ। ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ HSN TV ਦੇ ਉੱਤੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ, ਰਾਜਨੀਤਿਕ ਮੁੱਦਿਆਂ ਤੇ ਕੀਤੀ, ਸਮਾਜਿਕ ਮੁੱਦਿਆਂ ਤੇ ਕੀਤੀ, ਤੇ ਕੱਲ ਫਿਰ ਹਾਜ਼ਰ ਹੋਵਾਂਗੇ ਇਦਾਂ ਹੀ ਨਵੇਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ। ਤੁਸੀਂ ਜੁੜੇ ਰਹੋ ਸਾਡੇ ਨਾਲ HSN TV ਤੇ ਸਾਨੂੰ ਯਾਨੀ ਕਿ ਪ੍ਰੋਗਰਾਮ ਚੰਗੇਰ ਨੂੰ ਹੁਣ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ।